Look into my eyes. Close your eyes. ਹੁਣ ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਹਾਂ, ਰਾਈਟ? ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਹਾਂ। ਇੱਕ એનર્ਜੀ ਹੱਥਾਂ 'ਚ ਪਾ ਰਿਹਾ, ਉਹਨੂੰ ਫੀਲ ਕਰੋ। ਜਿੱਦਾਂ ਹੀ એનર્ਜੀ ਤੁਹਾਨੂੰ ਫੀਲ ਹੋਏਗੀ ਤੁਹਾਡੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਜਾਣਗੇ ਔਰ ਉਹ એનર્ਜੀ ਤੁਹਾਡੇ ਹੱਥਾਂ 'ਚ ਜਾ ਚੁੱਕੀ ਹੈ। ਫੀਲ ਦੈਟ, ਯੈਸ ਯੈਸ ਯੈਸ, ਵੈਰੀ ਗੁੱਡ, ਫੀਲ ਸਰ। ਓਕੇ, ਦੈਟਸ ਇਟ, ਓਪਨ ਯੂਰ ਆਈਜ਼। ਓ ਮਾਈ ਗॉड। ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਸੀਂ ਮੈਜਿਕ ਕਰਨਾ ਸਟਾਰਟ ਕਰ ਦਿੱਤਾ ਤੇ ਤੁਹਾਨੂੰ ਸ਼ੌਂਕ ਪੈਦਾ ਹੋ ਗਿਆ ਕਿ ਹਾਂ ਮੈਂ ਅੱਗੇ ਤੋਂ ਇਹ ਆਪਣਾ ਕਰੀਅਰ ਬਣਾਉਣਾ? 2009 ਦੇ ਵਿੱਚ ਜਦ ਸਾਡੇ ਬਿਜ਼ਨਸ ਦੇ ਵਿੱਚ ਲੌਸਿਸ ਹੋ ਗਏ ਸੀ ਤਾਂ ਬਚਪਨ 'ਚ ਸਿੱਖਿਆ ਹੋਇਆ ਸ਼ੌਂਕ ਐਜ਼ ਏ ਪ੍ਰੋਫੈਸ਼ਨ ਮੈਂ ਸ਼ੁਰੂ ਕੀਤਾ। ਇਹ ਕੋਇਨ ਹੈ ਮੈਜਿਕ ਕੋਇਨ। ਐਕਚੁਅਲ 'ਚ ਜਿੱਦਾਂ ਦਾ ਦਿਖਦਾ ਹੈ ਇਹ ਉੱਦਾਂ ਦਾ ਹੈ ਨਹੀਂ, ਇਹ ਉਸ ਤੋਂ ਵੀ ਬਹੁਤ ਵੱਡੀ ਸ਼ਾਤਿਰ ਚੀਜ਼ ਹੈ ਔਰ ਇਹ ਇੱਕ ਜੰਬੂ ਕੋਇਨ ਹੈ। ਔਰ ਜਦੋਂ ਇਹਦੇ ਵਿੱਚ ਮੈਨੂੰ ਅੱਛਾ ਰਿਸਪੌਂਸ ਮਿਲਣਾ ਸ਼ੁਰੂ ਹੋਇਆ ਤਾਂ ਮੈਂ ਰੈਗੂਲਰ ਮੈਜੀਸ਼ੀਅਨ ਦੇ ਰੂਪ 'ਚ ਕੰਮ ਕਰਨਾ ਸ਼ੁਰੂ ਕੀਤਾ। ਜੋ ਨੋਰਮਲੀ ਮੈਜੀਸ਼ੀਅਨ ਕਰਦੇ ਆ ਕਿ ਬੜਾ ਉਹ ਤਾਮ-ਝਾਮ ਲੈ ਕੇ ਔਰ ਬੜੇ ਚਮਕਦਾਰ ਜਿਹੀਆਂ ਡਰੈਸਿਸ ਪਾ ਕੇ ਔਰ ਪਰਫਾਰਮ ਕਰਦੇ ਆ, ਥੋੜ੍ਹਾ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਪਰਫਾਰਮ ਕੀਤੇ ਤਾਂ ਉਹ ਇੱਕ ਬਿਲਕੁਲ ਅਲੱਗ ਜੈਸਚਰ ਦੇਖਣ ਨੂੰ ਮਿਲਿਆ ਲੋਕਾਂ ਨੂੰ, ਜੋ ਕਿ ਟ੍ਰੈਡੀਸ਼ਨਲ ਮੈਜਿਕ ਦੇ ਲੁੱਕ ਤੋਂ ਬਿਲਕੁਲ ਅਲੱਗ ਹਟ ਕੇ ਸੀ। ਇਹਦੀ ਪਾਵਰ ਵਧਾਉਣ ਲਈ ਮੈਂ ਚਾਹੁੰਦਾ ਤੁਸੀਂ ਇੱਥੇ ਥੋੜ੍ਹੀ ਜਿਹੀ ਫੂਕ ਮਾਰ ਦਿਓ, ਤੁਹਾਡੀ ਫੂਕ ਨਾਲ ਇਹਦੀ ਪਾਵਰ ਵੱਧ ਗਈ। ਹੁਣ ਮੈਜਿਕ ਕੋਇਨ ਮੇਰੇ ਲੈਫਟ ਹੈਂਡ 'ਚ ਅਤੇ ਨੋਰਮਲ ਕੋਇਨ ਮੇਰੇ ਰਾਈਟ ਹੈਂਡ 'ਚ। ਇਹ ਮੈਜਿਕ ਕੋਇਨ, ਇਹ ਨੋਰਮਲ ਕੋਇਨ, ਮੁੱਠੀ ਬੰਦ ਹੈ ਜੀ। ਮੈਜਿਕ ਕੋਇਨ ਕਿੱਥੇ ਹੈ? ਲੈਫਟ 'ਚ, ਅਤੇ ਨੋਰਮਲ ਰਾਈਟ। ਨੋ, ਰਾਈਟ ਇਜ਼ ਰੋਂਗ, ਬੋਥ ਦਾ ਕੋਇਨਸ ਆਰ ਹੇਅਰ। 2015 ਦੇ ਵਿੱਚ ਮੈਂ ਆਪਣੀ ਮੈਜਿਕ ਪ੍ਰੋਪਸ ਦੀ ਮੈਨੂਫੈਕਚਰਿੰਗ ਸ਼ੁਰੂ ਕਰਤੀ ਸੀ ਔਰ 2018 ਦੇ ਵਿੱਚ ਸਿਰਫ 3 ਸਾਲਾਂ ਦੇ ਵਿੱਚ ਹੀ ਮੈਂ ਆਗਰਾ ਦੇ ਵਿੱਚ ਸਾਡੀ ਇੱਕ ਮੈਜਿਕ ਦੀ ਕਨਵੈਨਸ਼ਨ ਹੋਈ ਸੀ, ਜਿੱਥੇ ਦੇਸ਼ ਭਰ ਦੇ ਜਾਦੂਗਰ ਵੀ ਆਏ ਸੀ ਔਰ ਅਲੱਗ-ਅਲੱਗ ਥਾਂ ਤੋਂ ਮੈਜਿਕ ਦਾ ਸਮਾਨ ਵੇਚਣ ਲਈ ਡੀਲਰਸ ਔਰ ਮੈਨੂਫੈਕਚਰਰਸ ਵੀ ਆਏ ਸੀ। ਅਤੇ ਉਹਨਾਂ ਸਾਰੇ ਮੈਨੂਫੈਕਚਰਰਸ ਦੇ ਵਿੱਚ ਡੀਲਰਸ ਦੇ ਵਿੱਚ ਜਿਹੜੇ ਕਿ ਜੱਦੀ ਪੁਸ਼ਤੀ ਇਹ ਕੰਮ ਕਰਦੇ ਆ ਰਹੇ ਹੈ, ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ 2015 ਤੋਂ 2018 ਦੀ ਗੱਲ ਕਰੀਏ ਤਾਂ ਇੱਕ 3 ਸਾਲ ਦਾ ਬੱਚਾ ਹੀ ਕਹਿ ਸਕਦੇ ਹਾਂ ਉਸ ਮੇਰੇ ਸੈਟਅਪ ਨੂੰ। ਅਤੇ ਮੈਨੂੰ ਬੈਸਟ ਮੈਜਿਕ ਡੀਲਰ ਦਾ ਉੱਥੇ ਅਵਾਰਡ ਮਿਲਿਆ। ਇੱਥੇ ਜੋ ਵੀ ਕਾਰਡ ਹੈ ਚੱਕ ਲਓ, ਦੇਖ ਲਓ, ਮੈਨੂੰ ਨਹੀਂ ਦਿਖਾਉਣਾ, ਕੈਮਰਾ ਨੂੰ ਦਿਖਾ ਦਿਓ, ਘਰ ਬੈਠੀ ਆਡੀਅנס ਵੀ ਦੇਖ ਲੇਗੀ ਕਿਹੜਾ ਕਾਰਡ ਹੈ। ਇਜ਼ ਇਟ ਯੋਰ ਕਾਰਡ? ਨੋ। ਜੇ ਤੁਹਾਡਾ ਕਾਰਡ ਨਹੀਂ ਹੈ ਤਾਂ ਇਹਨੂੰ ਆਪਾਂ ਤੁਹਾਡੇ ਮੋਬਾਈਲ ਥੱਲੇ ਰੱਖ ਦਿੰਦੇ ਹਾਂ। ਹਾਂਜੀ। ਫਿਰ ਤਾਂ ਆਹ ਕਾਰਡ ਹੈ। ਬਿਲਕੁਲ ਵੀ ਨਹੀਂ। एक मिनट, ब्लफ तो नहीं कर रहे? नहीं सर। श्योर? ये आपका कार्ड नहीं है? नहीं। वो भी नहीं है? नहीं। सॉरी, कोई गड़बड़ हो गई, जादू गलत हो गया है। सॉरी, एक्चुअल में जादू गलत हो गया। कौन सा कार्ड था? 3 और ऐसे बना हुआ था। डायमंड्स? 3 ऑफ डायमंड्स। तो वो कौन सा कार्ड है? ये जे करके कुछ। चेक की। ਹਰ ਸੰਡੇ ਮੇਰਾ ਮੇਨ ਮੋਟਿਵ ਕੀ ਹੁੰਦਾ ਸੀਗਾ, ਜਦੋਂ ਰੈਸਟੋਰੈਂਟ ਦੇ ਵਿੱਚ ਗੈਸਟ ਆ ਕੇ ਆਰਡਰ ਕਰ ਦਿੰਦੇ ਸੀਗੇ ਤਾਂ ਵੇਟਿੰਗ ਸਟਾਫ ਔਰ ਜੋ ਕਿਚਨ ਸਟਾਫ ਹੈ, ਜੋ ਪੀਕ ਆਵਰਸ ਹੈ, ਉਹਨਾਂ ਦੇ ਵਿੱਚ ਹਰ ਇੱਕ ਕੋਲ ਰਸ਼ ਹੁੰਦਾ ਹੈ, ਕੰਮ ਦਾ ਬਹੁਤ ਜ਼ਿਆਦਾ ਹੁੰਦਾ ਤਾਂ ਕੋਈ ਨਾ ਕੋਈ ਆਰਡਰ ਲੇਟ ਵੀ ਹੋ ਸਕਦਾ। ਤਾਂ ਜਿਨ੍ਹਾਂ ਦਾ ਆਰਡਰ ਜ਼ਿਆਦਾ ਲੇਟ ਹੋ ਰਿਹਾ ਤਾਂ ਮੈਨੂੰ ਸਟਾਫ ਇਸ਼ਾਰਾ ਕਰ ਦਿੰਦਾ ਸੀ ਕਿ ਇਸ ਟੇਬਲ ਨੂੰ ਹਾਲੇ ਫਿਲਹਾਲ ਕਵਰ ਕਰੋ, ਅਤੇ ਮੈਂ ਉਨੀ ਦੇਰ ਉਸ ਟੇਬਲ ਦੇ ਉੱਪਰ ਆਪਣੇ ਮੈਜਿਕ ਟ੍ਰਿਕਸ ਦਿਖਾ ਕੇ ਉਹਨਾਂ ਨੂੰ ਐਂਟਰਟੇਨਮੈਂਟ ਦੇ ਵਿੱਚ ਮਾਈਂਡ ਨੂੰ ਡਾਇਵਰਟ ਰੱਖਦਾ ਸੀਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟੇਬਲ 'ਤੇ ਇੱਕ ਨਟ ਬੋਲਟ ਪਿਆ, ਇਹਨੂੰ ਚੱਕੋ ਜਰਾ, ਖੋਲੋ, ਬੰਦ ਕਰੋ, ਨੋਰਮਲ ਹੈ। ਹਾਂਜੀ। ਲੇਕਿਨ ਇੱਦਾਂ ਖੋਲ੍ਹਣ, ਇੱਦਾਂ ਬੰਦ ਕਰਨ 'ਚ ਕਾਫੀ ਐਨਰਜੀ ਲੱਗ ਜਾਂਦੀ ਹੈ, ਟਾਈਮ ਵੀ ਲੱਗਦਾ, ਲੇਕਿਨ ਮੈਜਿਕ ਦੇ ਨਾਲ ਜਿਸ ਮੈਜੀਸ਼ੀਅਨ ਤੋਂ ਮੈਂ ਮਤਲਬ ਸਮਾਨ ਲੈ ਕੇ ਆਇਆ, ਉਸੇ ਨੇ ਮੈਨੂੰ ਆਫਰ ਦੇ ਦਿੱਤੀ ਕਿ ਬਈ ਮੇਰੇ ਕੋਲ ਇੱਕ ਕੰਮ ਹੈ ਕਲੋਜ਼ਅਪ ਦਾ ਔਰ ਤੂੰ ਕਲੋਜ਼ਅਪ 'ਚ ਮਾਹਿਰ ਹੈ। ਅਤੇ ਮੈਂ ਉਹ ਕੰਮ ਪਕੜ ਲਿਆ ਔਰ ਲੋਕਾਂ ਨੇ ਉੱਥੇ ਮੇਰਾ ਕੰਮ ਐਪਰੀਸ਼ੀਏਟ ਕੀਤਾ। 1 ਮਹੀਨੇ ਦੇ ਕੰਮ ਦੀ ਜਗ੍ਹਾ ਮੈਨੂੰ ਐਕਸਟੈਂਡ ਕਰਕੇ 2 ਮਹੀਨੇ ਹੋਰ ਐਕਸਟੈਂਡ ਕਰ ਦਿੱਤੇ। ਅਤੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਕ ਤਾਂਸ਼ ਦੀ ਡੱਬੀ ਹੈ। ਕਾਰਡ ਬਾਕਸ ਖੋਲ੍ਹ ਕੇ ਕਾਰਡ ਕੱਢਣੇ ਜਿੰਨੇ ਸੌਖੇ ਹੈ, क्या तुसी उन्ने सौखे तरीके नाल इन्हां नूं वापस पा सकते हो? नहीं। देखो जो भी मैं कर रहा हाथ की सफाई और चलाकी है।
ऐसी चालाकी जिहड़ा सामने वाला ना समझ सके वही जादू है। और जो तुसी गल कीती सिद्धियां वगैरह दी, तां ओपन चैलेंज है दुनिया भर दे हर सिद्ध पुरुष नूं जिहड़ा कहंदा कोंदा अपने आप नूं कहंदा कि मैं कोई सिद्धि है मेरे कोल, तां ओपन चैलेंज है आके मेरे सामने करके दिखावे चमत्कार। अज एक इंपोर्टर जो चाइना जाएगा वो किसी फैक्ट्री दे विच बारगेनिंग करके जो मिनीमम रेट उत्थों कोट करके लेके आएगा, मैं उस रेट तो भी घट रेट दे विच मार्केट दे विच वो आइटम इंट्रोड्यूस करती। ਤੇ ਤੁਹਾਡਾ ਵਧੀਆ ਚੱਲ ਰਿਹਾ? जी जी, अज की डेट च मोर दैन 100 प्रोडक्ट है जी मेरे, और मैं गारंटी करदा कि मेरे सारे प्रोडक्ट जो है चाइना के प्रोडक्ट नालों बैटर क्वालिटी और चाइना के प्रोडक्ट नालों घट रेट दे विच होणगे। सो यही चीज़ इदां दी चमत्कार जे मैं भगवां पा के कर लवां तो लोग कहणगे बड़े करनी वाले बाबा जी, चमत्कारी बाबा जी है। पैरी हथ भी लगाएंगे, दान दक्षिणा भी देंगे और उन्होंने पता भी नहीं चलेगा कि उन्होंने लुट हो गई, और अपनी मर्जी नाल अपना पैसा मैनू देंगे। लेकिन क्योंकि मैं बेईमानी च विश्वास नहीं रखता, इसलिए मैं ईमानदारी नाल सिर्फ शो करदा। ਲੁਧਿਆਣਾ ਹਾਈਲਾਈਟਸ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲੀ ਸ਼ਰਮਾ। ਜਾਦੂ ਇੱਕ ਅਜਿਹੀ ਕਲਾ ਜੋ ਕਿ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ। ਇਸ ਨੂੰ ਕਰਨ ਦੇ ਲਈ ਸਟੱਡੀ ਕਰਨੀ ਪੈਂਦੀ ਹੈ ਤਾਂ ਜਾ ਕੇ ਕੋਈ ਇਸ ਨੂੰ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦਾ ਨਾਮ ਮਨੋਜ ਜੈਨ ਹੈ। ਇਹਨਾਂ ਦੇ ਫੈਨ परिणीति चोपड़ा, करण जौहर, मिथुन चक्रवर्ती के नाल नौरा फतेही भी ने ते होर भी बॉलीवुड स्टार इन्हां दे फैन ने। तुहानूं दस दईए कि मनोज जैन हुनरबाज शो दे विच गए सी जो कि कलर्स चैनल दे उत्ते टैलीकास्ट होया सी। उन्होंने अपने जादू के जलवे पूरे बॉलीवुड नूं दिखाए ते पूरी दुनिया नूं दिखाए। आओ अज असीं उन्हां नाल गलबात करते हैं ते उन्हां दा एक्सपीरियंस पुछदे हैं कि किहो जिहा लग्गिया उन्हां नूं टीवी दे विच अपने आप नूं देख के ते हुनरबाज शो दे विच अपना जादू दिखा के। हैलो सर, सत श्री अकाल। नमस्कार जी। सर तुसी अपना जादू करना कित्थों सीखिया? मैजिक शायद मैं 5वीं या 6वीं च पढ़दा सीगा, उदों मेरे फादर एक बुक लेके आए सीगे, मैनूं अज भी उस बुक का नाम याद है, 101 मैजिक ट्रिक्स। तो जितों मैं सीखना शुरू किया उस बुक तो, और हौली हौली ये आर्ट इन्ना ज़्यादा मैं वो पर पोजेसिव हो गया कि मैं एक टाइम ऐसा आया कि कोई भी मार्केट च नवी बुक आनी मैजिक दी मैं वो लेके आनी, और किताबों तो पढ़ के मैं मैजिक सीखिया। किन्ने साल दी उम्र सी जदों तुसी मैजिक करना स्टार्ट कर दिता ते तुहानूं शौक पैदा हो गया कि हाँ मैं अगे तो ये अपना करियर बनाना है? बचपन तो ही सोचा सी कि मैं इस लाइन दे विच जाना है कि बाद विच जाके बने? हाँ, बचपन की गल करिए तो हाँ एक पीरियड विच ऐसा भी रहा कि जो मैं सोचता सी कि हाँ मैजिशियन ही बनना है, लेकिन बचपन दे विच सोच हमेशा बच्चों की बदलती रहती है। जो भी कोई चीज़ अच्छी दिखती है, कदे डॉक्टर बनना है, कदे कुछ बनना है, तो फाइनल ऐसा कुछ नहीं होंदा बचपन च। लेकिन 2009 दे विच जब साडे बिजनेस दे विच लॉसिस हो गए सी, तो बचपन से सीखा हुआ शौक एज ए प्रोफैशन मैं शुरू किया, और जो ये मैनू अच्छा रिस्पॉन्स मिलना शुरू होया तो मैं रेगूलर मैजिशियन के रूप च काम करना शुरू किया। पहला तुसी कोई होर काम करदे सी, बाद च मैजिशियन बने? जी जी जी, मैं साडा अपना जिप मैनुफैक्चरिंग का बिजनेस सीगा और हौजरी दे नाल ही रिलेटेड बिजनेस सी। ते उस बिजनेस 15 साल तो असी मतलब उस लैवल ते सीगे कि असी इत्थे पूरी हिंदुस्तान की मार्केट नूं कंट्रोल कर सकते सी। ते जदों उहदे च लॉसिस हो गए तो मैं कई जगह नौकरियां भी कीतियां, इंटरनेट के कनैक्शनस, कई कंपनियां दे मार्केटिंग करनी, ते वो काम भी किए, लेकिन फिर भी वो इन्ना नहीं सी बन पा रहा कि अपने घर दे मतलब गुजारे लायक भी अच्छा कुछ कमा सकीए। तो फिर एक मेरे फ्रेंड सी जो मैजिशियन सीगे, जिन्होंने एक शो पकड़ लिया सीगा जिहदे च क्लोजअप मैजिक करना सी। क्लोजअप मैजिक मीनस के लोगों के घूमते फिरते उन्हों के हत्थ दे उन्हों के नाल मैजिक करना। और मेरे उस फ्रेंड ने जो इस वे फिलहाल तो उन्होंने डैथ हो चुकी है, तो वो स्टेज मैजिक दे विच तां माहिर सीगे, लेकिन क्लोजअप मैजिक दे विच वो
ਉਹਨਾਂ ਐਕਸਪਰਟ ਨਹੀਂ ਸੀਗੇ। ਤੇ ਕੁਦਰਤੀ ਜਦੋਂ ਬਾਈ ਚਾਂਸ ਅਸੀਂ ਮਿਲੇ ਕਾਫੀ ਚਿਰ ਬਾਅਦ, ਤਾਂ ਉਹਨਾਂ ਨੂੰ ਇੱਕਦਮ ਦਿਮਾਗ 'ਚ ਆਇਆ ਕਿ ਵੀ ਕਲੋਜ਼ਅਪ ਮੈਜਿਕ ਦੇ ਵਿੱਚ ਮੈਂ ਕਾਫੀ ਅੱਛਾ ਪਰਫਾਰਮ ਕਰਦਾ, ਅਤੇ ਉਹਨਾਂ ਨੇ ਮੈਨੂੰ ਆਫਰ ਦਿੱਤੀ। ਔਰ ਉਸ ਵੇਲੇ ਕਿਉਂਕਿ ਲੌਸਿਸ ਦੇ ਵਿੱਚ ਸੀਗੇ ਅਤੇ ਪੈਸੇ ਦੀ ਜ਼ਰੂਰਤ ਸੀਗੀ, ਅਤੇ ਮੈਂ ਉਹ ਆਫਰ ਕਬੂਲ ਵੀ ਕਰ ਲਈ। 1 ਮਹੀਨੇ ਦੇ ਕਰੀਬ ਦਾ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਸੀ, ਅਤੇ ਉੱਥੇ ਮੇਰਾ ਮੈਜਿਕ ਇੰਨਾ ਪਸੰਦ ਕੀਤਾ, 1 ਮਹੀਨੇ ਦੀ ਜਗ੍ਹਾ ਉਹਨਾਂ ਨੇ 2 ਮਹੀਨੇ ਦਾ ਪ੍ਰੋਗਰਾਮ ਐਕਸਟੈਂਡ ਕਰਤਾ। ਅਤੇ ਫਿਰ ਮਨ 'ਚ ਸੋਚਿਆ ਕਿ ਯਾਰ ਜੇ ਇਹ ਕੰਮ ਚੰਡੀਗੜ੍ਹ ਵਰਗੇ ਸ਼ਹਿਰ 'ਚ ਹੋ ਸਕਦਾ ਹੈ ਤਾਂ ਆਪਣੇ ਸ਼ਹਿਰ 'ਚ ਵੀ ਟਰਾਈ ਕਰਦੇ ਹਾਂ। ਅਤੇ ਫਿਰ ਆਪਣੇ ਸ਼ਹਿਰ 'ਚ ਮੈਂ ਕਾਫੀ ਜਗ੍ਹਾ ਘੁੰਮਿਆ, ਹਰ ਰੈਸਟੋਰੈਂਟ ਦੇ ਵਿੱਚ ਆਪਣਾ ਕੌਨਸੈਪਟ ਲੈ ਕੇ ਗਿਆ ਕਿ ਵੀ ਇਸ ਤਰ੍ਹਾਂ ਮੈਂ ਆਹ ਸਰਵਿਸ ਪ੍ਰੋਵਾਈਡ ਕਰੂੰਗਾ। ਅਤੇ ਕਈ ਰੈਸਟੋਰੈਂਟਸ ਦੇ ਵਿੱਚ ਮੈਨੂੰ ਇਹੀ ਜਵਾਬ ਮਿਲਣਾ ਕਿ ਨਹੀਂ, ਇਹ ਚੀਜ਼ਾਂ ਮੈਟਰੋ ਸਿਟੀਜ਼ ਵਗੈਰਾ 'ਚ ਚੱਲ ਸਕਦੀਆਂ, ਦਿੱਲੀ ਬੰਬੇ ਵਗੈਰਾ ਚੱਲ ਸਕਦੀਆਂ, ਜਾਂ ਇੱਥੇ ਪੰਜਾਬ 'ਚ ਜਾਂ ਲੁਧਿਆਣੇ 'ਚ ਇਹ ਚੀਜ਼ ਨਹੀਂ ਚੱਲਣੀ। ਅਤੇ ਜਿੱਥੇ ਜਾਵਾਂ ਇਹ ਲਗਭਗ ਇੱਦਾਂ ਦੇ ਹੀ ਜਵਾਬ, ਜਿੱਥੇ ਜਾਵਾਂ ਇੱਥੇ ਹਰ ਜਵਾਬ। ਅਤੇ ਫਿਰ ਇੱਕ ਜਗ੍ਹਾ ਫਿਰ ਮੇਰੇ ਦਿਮਾਗ 'ਚ ਆਇਆ ਕਿ ਮੈਂ ਚਲੋ ਇੱਕ ਹੋਰ ਗੱਲ ਨੂੰ ਆਪਣਾ ਕਰਦਾ। ਮੈਂ ਕਿਹਾ ਮੈਂ ਉਹਨਾਂ ਨੂੰ ਇੱਕ ਆਫਰ ਦੇਣੀ ਸ਼ੁਰੂ ਕੀਤੀ ਕਿ ਹੋ ਸਕਦਾ ਮੇਰੀ ਗੱਲਬਾਤ 'ਚ ਤੁਹਾਨੂੰ ਮੇਰੇ ਕੰਮ ਦਾ ਵਰਥ ਨਾ ਪਤਾ ਲੱਗੇ। ਮੈਂ ਇੱਕ ਕੰਮ ਕਰਦਾ, ਤੁਹਾਨੂੰ ਮੈਂ ਫ੍ਰੀ ਡੈਮੋ ਦਿੰਦਾ, ਅਤੇ ਉਹਦੇ ਨਾਲ ਤੁਹਾਨੂੰ ਸਮਝ 'ਚ ਆ ਜਾਏਗਾ ਕਿ ਮੇਰੇ ਕੰਮ ਦਾ ਤੁਹਾਡੇ ਰੈਸਟੋਰੈਂਟ ਬਿਜ਼ਨਸ ਨੂੰ ਕੀ ਬੈਨੀਫਿਟ ਹੈ। ਅਤੇ ਔਰ ਮੈਂ ਲੁਧਿਆਣੇ ਦਾ ਮੇਰੇ ਖਿਆਲ ਕੋਈ ਰੈਸਟੋਰੈਂਟ ਨਹੀਂ ਛੱਡਿਆ ਜਿੱਥੇ ਮੈਂ ਫ੍ਰੀ ਡੈਮੋ ਫ੍ਰੀ ਸ਼ੋਅ ਨਾ ਕੀਤੇ ਹੋਣ। ਔਰ ਫਿਰ ਆਪਣਾ ਫੁਆਰੇ ਚੌਂਕ ਦੇ ਵਿੱਚ ਬਸੰਤ, ਉੱਥੇ ਵੀ ਮੈਂ ਫ੍ਰੀ ਡੈਮੋ ਕੀਤਾ। ਅਤੇ ਉਸ ਤੋਂ ਬਾਅਦ ਅਸੀਂ ਤਾਂ ਡੈਮੋ ਕਰਕੇ ਆ ਗਏ। ਉਸ ਤੋਂ ਸ਼ੁੱਕਰਵਾਰ ਤੱਕ ਉਹਨਾਂ ਦਾ ਮੈਨੂੰ ਕੋਈ ਮਤਲਬ ਪੂਰੇ ਹਫ਼ਤੇ ਮੈਨੂੰ ਕੋਈ ਜਵਾਬ ਨਹੀਂ ਆਇਆ, ਅਤੇ ਸੰਡੇ ਦੀ ਮੇਰੀ ਗੱਲ ਹੋਈ ਸੀਗੀ। ਅਤੇ ਸੈਟਰਡੇ ਈਵਨਿੰਗ ਨੂੰ ਉਹਨਾਂ ਦਾ ਮੈਨੂੰ ਕਾਲ ਆ ਗਿਆ ਵੀ ਕੱਲ੍ਹ ਤੁਸੀਂ ਆ ਰਹੇ ਹੋ। ਅਤੇ ਉਸ ਤੋਂ ਬਾਅਦ ਫਿਰ ਮੈਂ ਲਗਭਗ 8-9 ਸਾਲ ਉੱਥੇ ਕੰਮ ਕੀਤਾ। ਔਰ ਦੇ ਵਿੱਚ ਤੁਸੀਂ ਐਜ਼ ਅ ਮੈਜੀਸ਼ੀਅਨ ਜੀ ਐਜ਼ ਅ ਮੈਜੀਸ਼ੀਅਨ ਹੀ ਹਰ ਸੰਡੇ ਮੇਰਾ ਮੇਨ ਮੋਟਿਵ ਕੀ ਹੁੰਦਾ ਸੀਗਾ, ਜਦੋਂ ਰੈਸਟੋਰੈਂਟ ਦੇ ਵਿੱਚ ਗੈਸਟ ਆ ਕੇ ਆਰਡਰ ਕਰ ਦਿੰਦੇ ਸੀਗੇ ਤਾਂ ਵੇਟਿੰਗ ਸਟਾਫ ਔਰ ਜੋ ਕਿਚਨ ਸਟਾਫ ਹੈ, ਜੋ ਪੀਕ ਆਵਰਸ ਹੈ, ਉਹਨਾਂ ਦੇ ਵਿੱਚ ਹਰ ਇੱਕ ਕੋਲ ਰਸ਼ ਹੁੰਦਾ ਹੈ, ਕੰਮ ਦਾ ਬਹੁਤ ਜ਼ਿਆਦਾ ਹੁੰਦਾ, ਤਾਂ ਕੋਈ ਨਾ ਕੋਈ ਆਰਡਰ ਲੇਟ ਵੀ ਹੋ ਸਕਦਾ। ਤਾਂ ਜਿਨ੍ਹਾਂ ਦਾ ਆਰਡਰ ਜ਼ਿਆਦਾ ਲੇਟ ਹੋ ਰਿਹਾ ਤਾਂ ਮੈਨੂੰ ਸਟਾਫ ਇਸ਼ਾਰਾ ਕਰ ਦਿੰਦਾ ਸੀ ਕਿ ਇਸ ਟੇਬਲ ਨੂੰ ਹਾਲੇ ਫਿਲਹਾਲ ਕਵਰ ਕਰੋ, ਅਤੇ ਮੈਂ ਉਨੀ ਦੇਰ ਉਸ ਟੇਬਲ ਦੇ ਉੱਪਰ ਆਪਣੇ ਮੈਜਿਕ ਟ੍ਰਿਕਸ ਦਿਖਾ ਕੇ ਉਹਨਾਂ ਨੂੰ ਐਂਟਰਟੇਨਮੈਂਟ ਦੇ ਵਿੱਚ ਮਾਈਂਡ ਨੂੰ ਡਾਇਵਰਟ ਰੱਖਦਾ ਸੀਗਾ, ਜਿਹਦੇ ਕਰਕੇ ਕਿਚਨ ਸਟਾਫ ਔਰ ਵੇਟਰ ਸਟਾਫ ਹੈ ਜੋ ਉਹਨਾਂ ਨੂੰ ਵੀ ਇੱਕ ਰਿਲੈਕਸ ਮਾਹੌਲ ਮਿਲਿਆ। ਨਹੀਂ ਤਾਂ ਕੀ ਹੁੰਦਾ ਸੀਗਾ, ਓਬਵੀਅਸਲੀ ਜਦੋਂ ਖਾਣੇ ਦੀ ਮੇਜ਼ 'ਤੇ ਬੈਠਾ ਹੋਵੇ ਤਾਂ ਭੁੱਖ ਵੈਸੇ ਹੀ ਜ਼ਿਆਦਾ ਮਹਿਸੂਸ ਹੁੰਦੀ ਹੈ, ਔਰ ਜੇ ਕੋਈ ਆਰਡਰ ਲੇਟ ਹੋਵੇ ਤਾਂ ਹਰ ਬੰਦਾ, ਤੁਸੀਂ ਸਮਝ ਸਕਦੇ ਹੋ ਕਿਸ ਤਰ੍ਹਾਂ ਦਾ ਰਿਐਕਸ਼ਨ ਆਉਂਦੇ, ਵੇਟਰ ਸਟਾਫ ਦੇ ਉੱਪਰ ਵੀ ਕਿਸ ਤਰ੍ਹਾਂ ਦੇ ਗੱਲਬਾਤ ਉਹਨਾਂ ਨੂੰ ਸੁਣਨੀ ਪੈ ਜਾਂਦੀ ਹੈ। ਤਾਂ ਉਸ ਚੀਜ਼ ਨੂੰ ਮੇਰੀ ਇਸ ਮੈਜਿਕ ਸਰਵਿਸ ਦੇ ਨਾਲ ਬੜਾ ਰਿਲੈਕਸ ਇੱਕ ਵਾਤਾਵਰਨ ਕ੍ਰੀਏਟ ਹੋਇਆ ਉੱਥੇ, ਜਿਹਦੇ ਨਾਲ ਕਿ ਰੈਸਟੋਰੈਂਟ ਨੂੰ ਇੱਕ ਬੈਨੀਫਿਟ ਇਹ ਹੋਇਆ ਕਿ ਇੱਕ ਤਾਂ ਸਟ੍ਰੈਸਫੁਲ ਜੋ ਮਾਹੌਲ ਸੀ ਉਹ ਤੋਂ ਨਿਜਾਤ ਮਿਲੀ, ਪਲੱਸ ਜੀਭ ਦਾ ਐਂਟਰਟੇਨਮੈਂਟ ਉਹ ਤਾਂ ਹਰ ਰੈਸਟੋਰੈਂਟ 'ਚ ਮਿਲ ਰਿਹਾ ਸੀ, ਲੇਕਿਨ ਮੇਰੀ ਇਸ ਸਰਵਿਸ ਦੇ ਨਾਲ ਮਾਈਂਡ ਦਾ ਇੱਕ ਐਂਟਰਟੇਨਮੈਂਟ ਨਾਲ ਜੁੜ ਗਿਆ। ਉਹਦੇ ਨਾਲ ਕੀ ਹੋਇਆ ਕਿ ਬੱਚੇ ਵੀ ਔਰ ਬੜੇ ਵੀ, ਕਿਉਂਕਿ ਮੈਂ ਜੋ ਮੈਜਿਕ ਕਰ ਰਿਹਾ ਉਹ ਬੱਚਿਆਂ ਦੇ ਨਾਲ ਬੜਿਆਂ ਦੇ ਨੂੰ ਵੀ ਅਟਰੈਕਟ ਕਰਦੇ ਸੀ, ਅਤੇ ਉਹ ਰੀਵਿਜ਼ਿਟ ਦੇ ਰੂਪ 'ਚ ਜਦੋਂ ਉੱਥੇ ਆਉਣ ਲੱਗ ਗਏ, ਜਿਹਦੇ ਨਾਲ ਰੈਸਟੋਰੈਂਟ ਦਾ ਬਿਜ਼ਨਸ ਨੂੰ ਵੀ ਨੋ ਡਾਊਟ ਫਾਇਦਾ ਪਹੁੰਚਿਆ। ਤਾਂ ਮੈਂ 8-9 ਸਾਲ ਉੱਥੇ ਕੰਮ ਕੀਤਾ। ਅਤੇ ਮੁੜ ਕੇ ਹੁਣ ਤੁਸੀਂ ਛੱਡਤਾ ਉਹ ਜੋਬ ਛੱਡਤੀ? ਜੀ ਫਿਲਹਾਲ ਤਾਂ ਮੈਂ ਛੱਡੀ ਹੈ, ਕਿਉਂਕਿ ਮੇਰੇ ਕੁਝ ਹੋਰ ਪ੍ਰਾਇਓਰਟੀਜ਼ ਹੈ ਜਿਨ੍ਹਾਂ ਨੂੰ ਮੈਂ ਦੇਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹੁਨਰਬਾਜ਼ ਦੀ, ਤਾਂ ਤੁਹਾਨੂੰ ਕਿਹਨੇ ਆਈਡੀਆ ਦਿੱਤਾ ਹੁਨਰਬਾਜ਼ ਜਾਣ ਦਾ? ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਉੱਥੇ? ਹੁਨਰਬਾਜ਼ ਦਾ ਐਕਸਪੀਰੀਅੰਸ ਤਾਂ ਨੋ ਡਾਊਟ ਅੱਛਾ ਹੀ ਰਿਹਾ। ਜਦੋਂ
ਆਡੀਸ਼ਨਸ ਦੇ ਬਾਰੇ ਪਤਾ ਲੱਗਿਆ ਸੀਗਾ ਤੇ ਮੈਨੂੰ ਕਾਲ ਆਈ ਸੀ ਇਹਨਾਂ ਦੀ ਹੋਈ ਆਪਣੇ ਏਜੰਸੀਜ਼ ਦੀ ਤਰਫੋਂ ਤੇ ਬਈ ਇਸ ਤਰ੍ਹਾਂ ਸ਼ੋਅ ਲਾਂਚ ਹੋ ਰਿਹਾ ਕਿ ਤੁਸੀਂ ਪਾਰਟਿਸਿਪੇਟ ਕਰਨਾ ਚਾਹੋਗੇ ਤੇ ਪਹਿਲੀ ਵਾਰ ਤਾਂ ਮੈਂ ਮਨਾ ਹੀ ਕਰਤਾ ਸੀ ਕਿ ਨਹੀਂ ਮੇਰਾ ਇੰਟਰਸਟ ਨਹੀਂ ਹੈ ਤੇ ਫਿਰ ਕਿ ਨਹੀਂ ਤੁਸੀਂ ਇੱਕ ਵਾਰ ਆਓ ਦੇਖੋ ਔਰ ਇੱਕ ਆਡੀਸ਼ਨ ਕਰ ਦੇਖ ਲਓ ਤੁਸੀਂ ਜੇ ਤੁਹਾਨੂੰ ਲੱਗੇ ਅੱਛਾ ਕੁਛ ਮੇਰੇ ਫੈਮਿਲੀ ਸਰਕਮਸਟੈਂਸਿਸ ਵੀ ਐਸੇ ਸੀਗੇ ਕਿ ਆਸ ਪੜੋਸ ਦੇ ਆਪਣੇ ਜੋ ਰਿਸ਼ਤੇਦਾਰੀ ਵਗੈਰਾ ਸੀਗੀ ਉਹ ਵੀ ਇਹ ਕਹਿ ਰਹੇ ਸੀਗੇ ਕਿ ਬਈ ਯਾਰ ਇਹ ਕੀ ਕੰਮ ਕਰ ਰਹੇ ਹੋ ਮਦਾਰੀਆਂ ਵਾਲੇ ਕੰਮ ਹੈ ਜਾਂ ਉਹ ਹੈ ਤਾਂ ਉਹ ਜਿਹੜਾ ਇੱਕ ਨੈਗੇਟਿਵ ਵੇ 'ਚ ਸ਼ੋਰ ਸੀਗਾ ਮੇਰੇ ਆਸ-ਪਾਸ ਜਿਹਦਾ ਅਸਰ ਮੇਰੀ ਫੈਮਿਲੀ 'ਚ ਵੀ ਕਿਤੇ ਨਾ ਕਿਤੇ ਨਜ਼ਰ ਆਉਣਾ ਸ਼ੁਰੂ ਹੋਇਆ ਸੀਗਾ ਤਾਂ ਮੈਂ ਇੱਕ ਸੋਚ ਰਿਹਾ ਸੀਗਾ ਕਿ ਕੋਈ ਐਸਾ ਸ਼ੋਰ ਉਸ ਸ਼ੋਰ ਤੋਂ ਵੱਡਾ ਆਪਣੀ ਕੰਮ ਦੀ ਤਾਰੀਫ ਦੇ ਵਿੱਚ ਕ੍ਰੀਏਟ ਹੋ ਜਾਏ ਤਾਂ ਕਿ ਉਹ ਨੈਗੇਟਿਵ ਜੋ ਗੱਲਾਂ ਹੈ ਉਹ ਸਾਰੀਆਂ ਉਸ ਸ਼ੋਰ ਦੇ ਥੱਲੇ ਦਬ ਜਾਣ ਤਾਂ ਫਿਰ ਮਨ 'ਚ ਆਇਆ ਕਿ ਚਲੋ ਯਾਰ ਇੱਕ ਟਰਾਈ ਕਰਦੇ ਹਾਂ ਹੋ ਸਕਦਾ ਇਹ ਪਲੇਟਫਾਰਮ ਦੇ ਵਿੱਚ ਉਹ ਚੀਜ਼ ਕ੍ਰੀਏਟ ਹੋ ਜਾਏ ਔਰ ਜਦੋਂ ਮੈਂ ਸਾਇਲੈਂਟ ਆਡੀਸ਼ਨਸ ਦਿੱਤੇ ਪਹਿਲੇ 2 ਆਡੀਸ਼ਨਸ ਦੇ ਵਿੱਚ ਤਾਂ ਮੈਨੂੰ ਲੱਗਿਆ ਕਿ ਠੀਕ ਹੈ ਆਡੀਸ਼ਨ ਹੋ ਰਹੇ ਹੈ ਲੇਕਿਨ ਆਪਣਾ ਸਿਲੈਕਸ਼ਨ ਨਹੀਂ ਹੋਣਾ ਕਿਉਂਕਿ ਮੇਰੇ ਤੋਂ ਉੱਪਰ ਬਹੁਤ ਜਾਦੂਗਰ ਬੈਠੇ ਹੈ ਤੇ ਦਿੱਲੀ ਆਡੀਸ਼ਨਸ ਦੇ ਵਿੱਚ ਮੇਰਾ ਫਾਈਨਲ ਹੋ ਗਿਆ ਕਿ ਮੈਂ ਮੁੰਬਈ ਦੇ ਆਡੀਸ਼ਨ ਰਾਊਂਡ ਦੇ ਵਿੱਚ ਪਰਫਾਰਮ ਕਰੂੰਗਾ ਸਟੂਡੀਓ ਰਾਊਂਡ 'ਚ ਤੇ ਉਦੋਂ ਤੱਕ ਵੀ ਮੇਰੇ ਮਨ 'ਚ ਸੀਗਾ ਚਲੋ ਸਟੂਡੀਓ ਰਾਊਂਡ 'ਚ ਆ ਗਏ ਲੇਕਿਨ 1 ਜਾਂ 2 ਰਾਊਂਡ ਦੀ ਗੱਲ ਹੈ ਫਿਰ ਤਾਂ ਐਲੀਮੀਨੇਸ਼ਨ ਹੋ ਹੀ ਜਾਏਗੀ ਆਪਣੀ ਤੁਸੀਂ ਕਦੀ ਸੋਚਿਆ ਨਹੀਂ ਸੀ ਕਿ ਤੁਸੀਂ ਪ੍ਰੋਪਰ ਫਾਈਨਲ ਤੱਕ ਜਾਊਂਗਾ ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀਗਾ ਮੈਂ ਸੋਚ ਕੇ ਗਿਆ ਸੀਗਾ ਕਿ ਬਈ 1 ਜਾਂ 2 ਐਪੀਸੋਡ ਤੋਂ ਬਾਅਦ ਮੇਰਾ ਐਲੀਮੀਨੇਸ਼ਨ ਹੋ ਜਾਏਗਾ ਲੇਕਿਨ ਜਿਸ ਟਾਈਪ ਦੇ ਮੈਂ ਮੈਜਿਕ ਕੀਤੇ ਇਹ ਮੇਰਾ ਲੱਕ ਕਹੋਗੇ ਕਿ ਉਸ ਟਾਈਪ ਦੇ ਮੈਜਿਕ ਟੈਲੀਵਿਜ਼ਨ ਸਕਰੀਨ ਦੇ ਉੱਪਰ ਹਾਲੇ ਤੱਕ ਕਿਸੇ ਨੇ ਕੀਤੇ ਨਹੀਂ ਸੀ ਤਾਂ ਉਹ ਕੁਝ ਅਲੱਗ ਜਿਹਾ ਜੱਜਿਸ ਨੂੰ ਦੇਖਣ ਨੂੰ ਮਿਲਿਆ ਤੇ ਔਰ ਜੋ ਨਾਰਮਲੀ ਮੈਜੀਸ਼ੀਅਨ ਕਰਦੇ ਹੈ ਕਿ ਬੜਾ ਉਹ ਤਾਮਝਾਮ ਲੈ ਕੇ ਔਰ ਬੜੇ ਚਮਕਦਾਰ ਜਿਹੀਆਂ ਡਰੈਸਿਸ ਪਾ ਕੇ ਔਰ ਪਰਫਾਰਮ ਕਰਦੇ ਹੈ ਥੋੜ੍ਹਾ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਪਰਫਾਰਮ ਕੀਤੇ ਤਾਂ ਉਹ ਇੱਕ ਬਿਲਕੁਲ ਅਲੱਗ ਜੈਸਚਰ ਦੇਖਣ ਨੂੰ ਮਿਲਿਆ ਲੋਕਾਂ ਨੂੰ ਜੋ ਕਿ ਟ੍ਰੈਡੀਸ਼ਨਲ ਮੈਜਿਕ ਦੇ ਲੁੱਕ ਤੋਂ ਬਿਲਕੁਲ ਅਲੱਗ ਹਟ ਕੇ ਸੀ ਉਹ ਵੀ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਜਦੋਂ ਮਿਥੁਨ ਚੱਕਰਵਰਤੀ ਜੀ ਨੇ ਉੱਥੇ ਸਟੈਂਡਿੰਗ ਓਵੇਸ਼ਨ ਦਿੱਤੀ ਤਾਂ ਉਹ ਇੱਕ ਅੱਛਾ ਫੀਲਿੰਗ ਸੀਗਾ ਹੌਲੀ ਹੌਲੀ ਕਰਦੇ ਕਰਦੇ ਇੱਕ ਰਾਊਂਡ ਕਰਦੇ ਕਦੋਂ ਮੈਂ ਸੈਮੀਫਾਈਨਲ ਤੱਕ ਪਹੁੰਚ ਗਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਜਿਵੇਂ ਕਿ ਤੁਸੀਂ ਕਿਹਾ ਕਿ ਮਿਥੁਨ ਚੱਕਰਵਰਤੀ ਸਰ ਨੇ ਤੁਹਾਨੂੰ ਬਹੁਤ ਸਪੋਰਟ ਕੀਤਾ ਤੇ ਸਟੈਂਡਿੰਗ ਓਵੇਸ਼ਨ ਦਿੱਤੀ ਇਸ ਦੇ ਨਾਲ ਹੀ ਅਸੀਂ ਤਾਂ ਇਹ ਵੀ ਦੇਖਿਆ ਕਿ ਪਰਿਨੀਤੀ ਚੋਪੜਾ ਕਾਫੀ ਜ਼ਿਆਦਾ ਤੁਹਾਨੂੰ ਸਪੋਰਟ ਕਰਦੀ ਸੀ ਕਿ ਜੇ ਤੁਹਾਤੋਂ ਕਦੀ ਗਲਤੀ ਵੀ ਹੋ ਜਾਂਦੀ ਸੀ ਤਾਂ ਵੀ ਉਹ ਤੁਹਾਨੂੰ ਕਹਿੰਦੇ ਸੀ ਨਹੀਂ ਮਨੋਜ ਜੀ ਤੁਹਾਡੇ ਵਰਗਾ ਕੋਈ ਨਹੀਂ ਕਰ ਸਕਦਾ ਜਾਦੂ ਤੁਸੀਂ ਬਹੁਤ ਜ਼ਿਆਦਾ ਮਤਲਬ ਕਾਫੀ ਸਪੋਰਟ ਦੇਖਣ ਨੂੰ ਮਿਲਦੀ ਸੀ ਪਰਿਨੀਤੀ ਚੋਪੜਾ ਦੇ ਵੱਲੋਂ ਉਹ ਤੁਹਾਨੂੰ ਕਿਵੇਂ ਲੱਗਦਾ ਸੀ ਇੱਕ ਪ੍ਰਾਊਡ ਮੂਮੈਂਟ ਸੀ ਕਿ ਮੈਨੂੰ ਸਾਰੇ ਪਸੰਦ ਕਰ ਰਹੇ ਤੇ ਸਪੋਰਟ ਵੀ ਕਰ ਰਹੇ ਆ ਜੀ ਓਬਵੀਅਸਲੀ ਨੋ ਡਾਊਟ ਪ੍ਰਾਊਡ ਫੀਲਿੰਗ ਤਾਂ ਆਉਂਦੀ ਹੈ ਜਦ ਇਸ ਲੈਵਲ 'ਤੇ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕੀਤਾ ਜਾਵੇ ਔਰ ਉਸ ਪ੍ਰੋਗਰਾਮ ਤੋਂ ਆਉਣ ਤੋਂ ਪਹਿਲਾਂ ਤੱਕ ਮੈਂ ਆਪਣੇ ਜਿਹਨੂੰ ਕਹਿੰਦੇ ਵੀ ਆਪਣੇ ਮੁਹੱਲੇ 'ਚ ਵਰਲਡ ਫੇਮਸ ਸੀਗਾ ਅਤੇ ਲੇਕਿਨ ਉਸ ਪ੍ਰੋਗਰਾਮ ਤੋਂ ਆਉਣ ਤੋਂ ਬਾਅਦ ਮੈਂ ਵਾਕਈ ਵਰਲਡ ਫੇਮਸ ਹੋਇਆ ਔਰ ਉਸ ਪ੍ਰੋਗਰਾਮ ਦੇ ਦੌਰਾਨ ਵੀ ਔਰ ਉਸ ਤੋਂ ਬਾਅਦ ਵੀ ਮੈਨੂੰ ਕਈ ਦੇਸ਼ਾਂ ਤੋਂ ਕਾਲਸ ਆਈਆਂ ਅਮਰੀਕਾ ਤੋਂ ਕੈਨੇਡਾ ਤੋਂ ਗਲਫ ਕੰਟਰੀਜ਼ ਤੋਂ ਆਪਣੇ ਭੂਟਾਨ ਤੋਂ ਨੇਪਾਲ ਤੋਂ ਈਵਨ ਪਾਕਿਸਤਾਨ ਤੱਕ ਤੋਂ ਮੈਨੂੰ ਕਾਲਸ ਆਈਆਂ ਔਰ ਉੱਥੇ ਦੇ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤਾਂ ਇੱਕ ਅੱਛੀ ਫੀਲਿੰਗ ਮਨ 'ਚ ਆ ਰਹੀ ਸੀ ਅਤੇ ਔਰ ਆ ਵੀ ਰਹੀ ਹੈ ਹੁਣ ਵੀ ਕਈਆਂ ਦੇ ਫੋਨ ਆਉਂਦੇ ਹੈ ਇਟਲੀ ਵਗੈਰਾ ਤੋਂ ਵੀ ਔਰ ਮੇਰੇ ਕੰਮ ਨੂੰ ਐਪਰੀਸ਼ੀਏਟ ਕਰ ਰਹੇ ਹੈ ਤੁਸੀਂ ਕਿਹਾ ਕਿ ਤੁਹਾਨੂੰ ਕਾਲਸ ਆਈਆਂ ਕੈਨੇਡਾ ਤੋਂ ਅਮਰੀਕਾ ਤੋਂ ਪਾਕਿਸਤਾਨ ਤੋਂ ਤੁਹਾਨੂੰ ਅਪਰੀਸ਼ੀਏਟ ਕਰਨ ਨੂੰ ਕਾਲਸ ਆਈਆਂ ਇਸ ਤੋਂ ਇਲਾਵਾ ਕੰਮ ਵਾਸਤੇ ਵੀ ਤੁਹਾਨੂੰ ਫੋਨਸ ਆਈਆਂ ਕਿ ਤੁਸੀਂ ਉਹਨਾਂ ਨੇ ਕਿਸੇ ਨੇ ਕਿਹਾ ਕਿ ਸਾਡੇ ਕੰਟਰੀ ਜਾ ਕੇ ਕੰਮ ਕਰੋ ਜਾਂ ਕੁਝ ਤੁਸੀਂ ਫਿਰ ਕੀ ਬਿਲਕੁਲ ਸ਼ੋਜ਼ ਆਫਰ ਵੀ ਆ ਰਹੀਆਂ ਅਤੇ ਉਹ ਉਸ ਬਾਰੇ ਹਾਲੇ ਗੱਲਬਾਤ ਚੱਲ ਰਹੀ ਹੈ ਅਤੇ ਬਾਕੀ ਜੇ ਗੱਲਬਾਤ ਫਾਈਨਲ ਹੋ ਜਾਏ ਤਾਂ ਬਾਹਰ ਵੀ ਜੀ ਤਾਂ ਤੁਸੀਂ ਇਹ ਕਹਿਣਾ ਚਾਹੋਗੇ ਕਿ ਹੁਨਰਬਾਜ਼ ਦੇ ਜ਼ਰੀਏ ਹੀ ਇੱਕ ਤਰ੍ਹਾਂ ਤੁਹਾਨੂੰ ਜ਼ਿਆਦਾ ਲੋਕਾਂ ਨੂੰ ਪਤਾ ਲੱਗਿਆ ਤੁਹਾਡੇ ਬਾਰੇ
ਤੇ ਉਹਦੇ ਹੁਨਰਬਾਜ਼ ਦੇ ਜ਼ਰੀਏ ਹੀ ਤੁਹਾਨੂੰ ਇੰਟਰਨੈਸ਼ਨਲੀ ਲੋਕੀ ਪਸੰਦ ਕਰਨ ਲੱਗ ਪਏ। ਜੀ ਜੀ ਹੁਨਰਬਾਜ਼ ਤੋਂ ਆਉਣ ਤੋਂ ਪਹਿਲਾਂ ਤੱਕ ਮੈਂ ਮੈਜੀਸ਼ੀਅਨਸ ਦੇ ਵਿੱਚ ਤਾਂ ਇੱਕ ਜਗ੍ਹਾ ਬਣਾ ਚੁੱਕਾ ਸੀਗਾ 2018 ਹਾਂ 15 ਤੋਂ ਆਪਾਂ ਸਟਾਰਟ ਕੀਤਾ ਨਹੀਂ 15 ਤੋਂ ਤਾਂ 18 ਦੇ ਵਿੱਚ 18 ਬੈਸਟ 2015 ਦੇ ਵਿੱਚ ਮੈਂ ਆਪਣੀ ਮੈਜਿਕ ਪ੍ਰੋਪਸ ਦੀ ਮੈਨੂਫੈਕਚਰਿੰਗ ਸ਼ੁਰੂ ਕਰਤੀ ਸੀ ਔਰ 2018 ਦੇ ਵਿੱਚ ਸਿਰਫ 3 ਸਾਲਾਂ ਦੇ ਵਿੱਚ ਹੀ ਮੈਂ ਆਗਰਾ ਦੀ ਵਿੱਚ ਸਾਡੀ ਇੱਕ ਮੈਜਿਕ ਦੀ ਕਨਵੈਨਸ਼ਨ ਹੋਈ ਸੀ ਜਿੱਥੇ ਦੇਸ਼ ਭਰ ਦੇ ਜਾਦੂਗਰ ਵੀ ਆਏ ਸੀ ਔਰ ਅਲੱਗ-ਅਲੱਗ ਥਾਂ ਤੋਂ ਮੈਜਿਕ ਦਾ ਸਮਾਨ ਵੇਚਣ ਲਈ ਡੀਲਰਸ ਔਰ ਮੈਨੂਫੈਕਚਰਰਸ ਵੀ ਆਏ ਸੀ ਤੇ ਉਹਨਾਂ ਸਾਰੇ ਮੈਨੂਫੈਕਚਰਰਸ ਦੇ ਵਿੱਚ ਡੀਲਰਸ ਦੇ ਵਿੱਚ ਜਿਹੜੇ ਕਿ ਜੱਦੀ ਪੁਸ਼ਤੀ ਇਹ ਕੰਮ ਕਰਦੇ ਆ ਰਹੇ ਹੈ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ 2015 ਤੋਂ 2018 ਦੀ ਗੱਲ ਕਰੀਏ ਤਾਂ ਇੱਕ 3 ਸਾਲ ਦਾ ਬੱਚਾ ਹੀ ਕਹਿ ਸਕਦੇ ਹਾਂ ਉਸ ਮੇਰੇ ਸੈਟਅਪ ਨੂੰ ਤੇ ਮੈਨੂੰ ਬੈਸਟ ਮੈਜਿਕ ਡੀਲਰ ਦਾ ਉੱਥੇ ਅਵਾਰਡ ਮਿਲਿਆ ਜੋ ਕਿ ਇੱਕ ਟਰਨਿੰਗ ਪੁਆਇੰਟ ਸੀਗਾ ਔਰ ਜੇ ਮੈਜਿਕ ਮੈਨੂਫੈਕਚਰਿੰਗ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦਾ ਜੋ ਇੱਕ ਮਾਹੌਲ ਚੱਲ ਰਿਹਾ ਮੇਕ ਇਨ ਇੰਡੀਆ ਦਾ ਮੇਰੀ ਇਹ ਪੂਰੀ ਸਟੋਰੀ ਮੇਕ ਇਨ ਇੰਡੀਆ ਦੀ ਉਸ ਥੀਮ ਨੂੰ ਬਿਲਕੁਲ ਮੈਚ ਕਰਦੀ ਹੈ ਕੋਈ ਸੋਚ ਵੀ ਨਹੀਂ ਸਕਦਾ ਕਿ ਜਿਸ ਤਰ੍ਹਾਂ ਇਹ ਮੈਂ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਸਾਡੇ ਬਿਜ਼ਨਸ ਦੇ ਵਿੱਚ ਲਾਸਿਸ ਹੋ ਗਏ ਸੀ ਨਾ ਤਾਂ ਮੈਜੀਸ਼ੀਅਨ ਬਣਨ ਤੋਂ ਪਹਿਲਾਂ ਮੈਂ ਕੁਝ ਨੌਕਰੀਆਂ ਵੀ ਕੀਤੀਆਂ ਇੰਟਰਨੈਟ ਦੇ ਬ੍ਰੌਡਬੈਂਡ ਦੇ ਕਨੈਕਸ਼ਨ ਵਗੈਰਾ ਵੀ ਘਰ ਜਾ ਕੇ ਵੇਚੇ ਤਾਂ ਲੇਕਿਨ ਜ਼ਰੂਰਤਾਂ ਜ਼ਿਆਦਾ ਸੀਗੀਆਂ ਔਰ ਆਮਦਨ ਘੱਟ ਸੀ ਤਾਂ ਕੁਝ ਹੋਰ ਅਲਟਰਨੇਟਿਵ ਵੀ ਦੇਖ ਰਿਹਾ ਸੀਗਾ ਉਸ ਦੌਰਾਨ ਮੇਰੇ ਨਵੇਂ ਸ਼ਹਿਰ ਦੇ ਵਿੱਚ ਮੇਰੇ ਦੀਦੀ ਔਰ ਜੀਜਾ ਜੀ ਉੱਥੇ ਰਹਿੰਦੇ ਅਤੇ ਉਹਨਾਂ ਨੂੰ ਆਪਣੀ ਦੁਕਾਨ ਵਾਸਤੇ ਨਾ ਮਾਰਕੀਟਿੰਗ ਵਾਸਤੇ ਕੋਈ ਐਮਪਲੋਈ ਦੀ ਲੋੜ ਸੀ ਮਾਰਕੀਟਿੰਗ ਵਾਸਤੇ ਬੰਦੇ ਦੀ ਲੋੜ ਸੀ ਅਤੇ ਮੈਂ ਮਨ 'ਚ ਸੋਚਿਆ ਕਿ ਚਲੋ ਗੱਲ ਕਰਕੇ ਦੇਖਦੇ ਹਾਂ ਵੀ ਉਹਨਾਂ ਨੂੰ ਕੰਮ ਬੰਦੇ ਦੀ ਲੋੜ ਹੈ ਮੈਨੂੰ ਕੰਮ ਦੀ ਲੋੜ ਹੈ ਗੱਲ ਕਰਦੇ ਹਾਂ ਜੇ ਗੱਲ ਬਣੀ ਠੀਕ ਹੈ ਨਹੀਂ ਤਾਂ ਵਾਪਸ ਆ ਜਾਵਾਂਗੇ ਅਤੇ ਜੋ ਮੇਰੇ ਕੋਲ ਉਸ ਵੇਲੇ ਇਕੱਠੇ ਕਰਕੇ ਪੈਸੇ ਹੋਏ ਲਗਭਗ 70 ਰੁਪਏ ਦੇ ਕਰੀਬ ਸੀਗੇ ਮੇਰੇ ਕੋਲ ਅਤੇ ਬੱਸ 'ਚ ਮੈਂ ਬੈਠ ਗਿਆ ਔਰ 65 ਰੁਪਏ ਦੀ ਟਿਕਟ ਲਿੱਤੀ ਔਰ 5 ਰੁਪਏ ਉਹਨੇ ਮੈਨੂੰ ਵਾਪਸ ਮੋੜਤੇ ਔਰ ਉਸ ਵੇਲੇ ਸਿਰਫ ਉਹ 5 ਰੁਪਏ ਹੀ ਮੇਰੇ ਕੋਲ ਸੀਗੇ ਯਾਨੀ ਕਿ ਵਾਪਸ ਆਉਣ ਜੋਗਾ ਕਿਰਾਇਆ ਵੀ ਮੇਰੇ ਕੋਲ ਨਹੀਂ ਸੀਗਾ ਮਨ 'ਚ ਮੈਂ ਸੋਚਿਆ ਕਿ ਚਲੋ ਉਹਨਾਂ ਦੇ ਦਿਖਾਵੇ ਵਾਸਤੇ ਮੈਂ ਇੱਕ ਵਾਰੀ ਬੱਸ ਅੱਡੇ ਵੱਲ ਨੂੰ ਚਲਾ ਜਾਊਂਗਾ ਮੁੜ ਕੇ ਮੈਂ ਪੈਦਲ ਆਇਆ ਜਾਂ ਕਿੱਦਾਂ ਆਇਆ ਕਿਸੇ ਨੂੰ ਕੀ ਪਤਾ ਨਵੇਂ ਸ਼ਹਿਰ ਤੋਂ ਬਈ 50-60 ਕਿਲੋਮੀਟਰ ਹੈ ਤੁਰ ਕੇ ਆ ਜਾਵਾਂਗੇ ਅਤੇ ਲੇਕਿਨ ਮਨ 'ਚ ਇੱਕ ਜਿਹਨੂੰ ਕਹਿੰਦੇ ਟੈਨਸ਼ਨ ਤਾਂ ਚੱਲ ਹੀ ਰਹੀ ਸੀ ਅਤੇ ਟੈਨਸ਼ਨ ਤੋਂ ਧਿਆਨ ਹਟਾਉਣ ਲਈ ਸਿੱਕਾ ਮੇਰੇ ਹੱਥ 'ਚ ਜਦੋਂ ਆਇਆ ਬਚਪਨ ਦਾ ਇੱਕ ਸ਼ੌਂਕ ਜ਼ੋਰ ਮਾਰ ਗਿਆ ਅਤੇ ਮੈਂ ਉਸ ਸਿੱਕੇ ਨੂੰ ਪਕੜਾਂ ਹੱਥ ਦੇ ਵਿੱਚ ਔਰ ਫੂਕ ਮਾਰਾਂ ਗਾਇਬ ਹੋ ਜਾਏ ਫਿਰ ਆ ਜਾਏ ਬਾਰ ਮੈਂ ਇਹੀ ਕਰਕੇ ਆਪਣਾ ਧਿਆਨ ਉੱਧਰ ਲਗਾਉਣ ਅਤੇ ਮੇਰੇ ਨਾਲ ਦੀ ਸੀਟ 'ਤੇ ਇੱਕ ਕੋਈ ਲੜਕਾ ਬੈਠਾ ਸੀਗਾ ਯਾਤਰੀ ਅਤੇ ਕੁਛ ਦੇਰ ਤਾਂ ਉਹ ਦੇਖਦਾ ਰਿਹਾ ਅਤੇ ਮਨ 'ਚ ਉਹ 10 ਕੁ ਮਿੰਟ ਬਾਅਦ ਉਹਨੂੰ ਉਹ ਤੋਂ ਰਿਹਾ ਨਹੀਂ ਗਿਆ ਅਤੇ ਕਹਿੰਦਾ ਭਾਜੀ ਇਹ ਜੋ ਤੁਸੀਂ ਕਰ ਰਹੇ ਹੋ ਮੈਂ ਸ਼ਰੇਆਮ ਦੇਖ ਰਿਹਾ ਕਿ ਤੁਸੀਂ ਹੱਥ 'ਚ ਸਿੱਕਾ ਪਕੜ ਰਹੇ ਹੋ ਔਰ ਗਾਇਬ ਹੋ ਰਿਹਾ ਔਰ ਜਾਂਦਾ ਕਿੱਥੇ ਅਤੇ ਆਉਂਦਾ ਕਿੱਦਾਂ ਹੈ ਮੈਨੂੰ ਸਮਝ ਨਹੀਂ ਆ ਰਿਹਾ ਇਹ ਤੁਸੀਂ ਮੈਨੂੰ ਸਿਖਾਓਗੇ ਅਤੇ ਕੁਦਰਤੀ ਮੈਂ ਕਿਹਾ ਜੀ ਇੱਦਾਂ ਨਹੀਂ ਸਿਖਾਉਂਦੇ ਹਰ ਚੀਜ਼ ਦਾ ਮੋਲ ਹੁੰਦਾ ਉਹਨੇ ਕਿਹਾ ਜਿੰਨੇ ਮਰਜ਼ੀ ਪੈਸੇ ਲੈ ਲਓ ਮੈਨੂੰ ਸਿਖਾ ਦਿਓ ਮੈਂ ਉਹਨੂੰ ਕਿਹਾ ਜੀ 300 ਰੁਪਇਆ ਲੱਗੇਗਾ ਅਤੇ ਉਸ ਮੁੰਡੇ ਨੇ 300 ਰੁਪਇਆ ਕੱਢ ਕੇ ਮੇਰੇ ਹੱਥ ਦੇ ਵਿੱਚ ਰੱਖਤਾ ਔਰ ਮੈਂ ਉਹਨੂੰ ਉਹ ਟੈਕਨੀਕ ਸਿਖਾਤੀ ਉਹ ਵੀ ਉਹਦੇ ਹੀ ਸਿੱਕੇ ਨਾਲ ਅਤੇ ਵੀ ਕਿਸੇ ਵੀ ਸਿੱਕੇ ਨਾਲ ਤੁਸੀਂ ਇਹ ਕਰ ਸਕਦੇ ਹੋ ਅਤੇ ਮਨ ਦੇ ਵਿੱਚ ਇੱਕ ਡਰ ਸੀਗਾ ਕਿ ਮੈਂ ਉਹਨੂੰ ਕੋਈ ਮੂੰਗੀ ਦਾ ਵੇਚੀ ਨਹੀਂ ਕਿ ਵੀ 5 ਮਿੰਟ ਬਾਅਦ ਇਹਨੂੰ ਇਹ ਲੱਗੇਗਾ ਕਿ ਯਾਰ ਇਹ ਤਾਂ ਮੈਨੂੰ ਠੱਗੀ ਮਾਰ ਗਿਆ ਜਰਾ ਜਿਹਾ ਨੁਕਤਾ ਦੱਸ ਕੇ ਅਤੇ 300 ਰੁਪਏ ਝਾੜ ਲਏ ਵੀ ਇਹ 5 ਮਿੰਟ ਬਾਅਦ ਨਾ ਹੁਣ ਮੇਰੇ ਤੋਂ ਲੜੂਗਾ ਅਤੇ ਕੁਛ ਦੇਰ ਉਹ ਪ੍ਰੈਕਟਿਸ ਕਰਦਾ ਰਿਹਾ ਮੈਂ ਆਪਣੇ ਹੱਥ ਦੇ ਵਿੱਚ ਹੀ ਉਹ ਨੋਟ ਰੱਖੇ ਹੋਏ ਸੀ 100 ਦੇ 3 ਨੋਟ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਕਿ ਮੈਂ ਉਹਨੂੰ ਜੇਬ 'ਚ ਪਾ ਲਵਾਂ ਮੈਂ ਸੋਚਿਆ ਕਿ ਜੇ ਜ਼ਿਆਦਾ ਤੇੜ-ਪੇੜ ਕਰੂਗਾ ਤਾਂ ਆ ਚੱਕ ਆਪਣੇ ਪੈਸੇ ਵਾਪਸ ਅਤੇ ਤੁਰਦਾ ਲੱਗ ਅਤੇ ਕੁਦਰਤੀ ਫਿਲੌਰ ਟੱਪਣ ਤੋਂ ਬਾਅਦ ਇੱਕ ਪਿੰਡ ਆਉਂਦਾ ਹੈ ਗੜਾ ਮੈਨੂੰ ਅੱਜ ਵੀ ਉਹ ਨਾਮ ਯਾਦ ਹੈ ਅਤੇ ਜਦੋਂ ਕੰਡਕਟਰ ਨੇ ਆਵਾਜ਼ ਲਗਾਈ ਗੜਾ ਵਾਲੇ ਆ ਜਾਓ ਔਰ ਉਹ ਮੁੰਡਾ ਜਦੋਂ ਬੱਸ ਰੁਕੀ ਉਤਰ ਗਿਆ ਫਿਰ ਮਨ 'ਚ ਆਇਆ ਕਿ ਆਹ 300 ਹੁਣ ਮੇਰੇ ਹੈ ਕਿੱਥੇ 5 ਰੁਪਏ ਸੀ ਉਹ 300 ਹੋਰ ਮਿਲ ਗਏ ਤੁਹਾਨੂੰ ਉਸ 5 ਰੁਪਏ ਤੋਂ ਹੀ ਕੀਤੇ ਮੈਜਿਕ ਨੂੰ ਵੇਚ ਕੇ ਉਹ 300 ਹੋ ਗਏ ਅਤੇ ਉਹ ਇੱਕ ਪੁਆਇੰਟ ਟਰਨਿੰਗ ਪੁਆਇੰਟ ਸਾਬਿਤ ਹੋਇਆ ਕਿ ਇਸੇ ਨੂੰ ਕਿਉਂ ਨਾ ਪ੍ਰੋਫੈਸ਼ਨ ਦੇ ਰੂਪ 'ਚ ਯੂਟੀਲਾਈਜ਼ ਕੀਤਾ ਜਾਏ ਅਤੇ ਕੁਦਰਤੀ ਉਸ ਦੌਰਾਨ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੇ ਫਰੈਂਡ ਮਿਲੇ ਅਤੇ ਜਦੋਂ ਮੈਂ ਨਵਾਂ ਸ਼ਹਿਰ ਪਹੁੰਚ ਗਿਆ ਮੇਰੀ ਸਿਸਟਰ ਵੀ ਹੈਰਾਨ ਹੋਈ ਅੱਛਾ
ਮੈਂ ਜਦੋਂ ਨਵਾਂਸ਼ਹਿਰ ਬੱਸ ਅੱਡੇ ਉਤਰਿਆ ਫਿਰ ਸੋਚਿਆ ਸੀ ਕਿ ਦੁਕਾਨ ਤੇ ਜਾਊਂਗਾ, ਉਹਨਾਂ ਦੀ ਗੱਲ ਕਰੂੰਗਾ, ਗੱਲ ਬਣੀ ਤਾਂ ਨਹੀਂ ਤਾਂ ਵਾਪਸ ਆ ਜਾਊਂਗਾ। ਫਿਰ ਮੈਂ ਦੁਕਾਨ ਜਾਣਾ ਕੈਂਸਲ ਕਰਕੇ ਸਿੱਧੇ ਘਰ ਗਿਆ ਔਰ ਰਸਤੇ 'ਚੋਂ ਮਿਠਾਈ ਦਾ ਡੱਬਾ ਵੀ ਲੈ ਲਿਆ, ਕਿਉਂਕਿ ਜੇਬ 'ਚ ਪੈਸੇ ਆ ਗਏ ਕਿ ਭੈਣ ਘਰ ਜਾਣਾ, ਖਾਲੀ ਹੱਥ ਨਹੀਂ ਜਾਣਾ। ਮਿਠਾਈ ਲੈ ਗਿਆ ਤੇ ਮੈਂ ਜਦੋਂ ਉਹਨੂੰ ਇੱਕਦਮ ਹੈਰਾਨ ਹੋ ਗਿਆ ਕਿ ਵੀ ਤੂੰ ਇਸ ਵੇਲੇ, ਮੈਂ ਕੁਝ ਨਹੀਂ ਕਿਹਾ ਕਿ ਮੈਂ ਕੀ ਸੋਚ ਕੇ ਆਇਆ ਸੀ ਜਾਂ ਕੀ, ਨਹੀਂ ਇਹ ਤਾਂ ਰਾਹੋਂ ਆਇਆ ਸੀ ਕਿਸੇ ਕੰਮ, ਅਤੇ ਮੈਂ ਕਿਹਾ ਚਲੋ ਵਾਪਸੀ ਤੁਹਾਨੂੰ ਮਿਲ ਚੱਲਦਾ। ਮੈਂ ਨਹੀਂ ਦੱਸਿਆ ਕਿ ਮੈਂ ਕੀ ਸੋਚ ਕੇ ਆਇਆ ਸੀ, ਕਿ ਮੈਂ ਨੌਕਰੀ ਵਾਸਤੇ ਗੱਲ ਕਰਨ ਆਇਆ ਸੀ ਜਾਂ ਕੀ ਸੀਗਾ। ਅਤੇ ਉਸ ਤੋਂ ਬਾਅਦ ਮੈਂ ਉਸ 300 ਰੁਪਏ ਦੇ ਨਾਲ ਆਪਣਾ ਕੰਮ ਸਟਾਰਟ ਕੀਤਾ। ਕੰਮ ਵੀ ਜਿਸ ਮੈਜੀਸ਼ੀਅਨ ਤੋਂ ਮੈਂ ਮਤਲਬ ਸਮਾਨ ਲੈ ਕੇ ਆਇਆ, ਉਸੇ ਨੇ ਮੈਨੂੰ ਆਫਰ ਦੇ ਦਿੱਤੀ ਕਿ ਬਈ ਮੇਰੇ ਕੋਲ ਇੱਕ ਕੰਮ ਹੈ ਕਲੋਜ਼ਅਪ ਦਾ ਔਰ ਤੂੰ ਕਲੋਜ਼ਅਪ 'ਚ ਮਾਹਿਰ ਹੈ। ਅਤੇ ਮੈਂ ਉਹ ਕੰਮ ਪਕੜ ਲਿਆ ਔਰ ਲੋਕਾਂ ਨੇ ਉੱਥੇ ਮੇਰਾ ਕੰਮ ਐਪਰੀਸ਼ੀਏਟ ਕੀਤਾ। 1 ਮਹੀਨੇ ਦੇ ਕੰਮ ਦੀ ਜਗ੍ਹਾ ਮੈਨੂੰ ਐਕਸਟੈਂਡ ਕਰਕੇ 2 ਮਹੀਨੇ ਹੋਰ ਐਕਸਟੈਂਡ ਕਰ ਦਿੱਤੇ। ਅਤੇ ਔਰ ਹੌਲੀ ਹੌਲੀ ਮੈਂ ਪਰਫੋਰਮਰ ਐਜ਼ ਏ ਪਰਫੋਰਮਿੰਗ ਮੈਜੀਸ਼ੀਅਨ ਦੇ ਵਿੱਚ ਮਾਰਕੀਟ 'ਚ ਆ ਗਿਆ। ਅਤੇ 2012-13 ਦੇ ਵਿੱਚ ਦਿੱਲੀ ਦੇ ਵਿੱਚ ਕਨਵੈਨਸ਼ਨ ਹੋਈ, ਜਿੱਥੇ ਮੈਜੀਸ਼ੀਅਨ ਵੀ ਆਏ ਸੀ, ਮੈਜਿਕ ਡੀਲਰ ਵੀ ਆਏ ਸੀ। ਅਤੇ ਇੱਕ ਡੀਲਰ ਔਰ ਮੈਜੀਸ਼ੀਅਨ ਆਪਸ ਦੇ ਵਿੱਚ ਨਾ ਆਪਣੇ ਸਟਾਲ 'ਤੇ ਕੋਈ ਕਿਸੇ ਆਈਟਮ ਬਾਰੇ ਥੋੜ੍ਹੀ ਬਾਰਗੇਨਿੰਗ ਦੀ ਬਹਿਸ ਟਾਈਪ ਹੋ ਰਹੀ ਸੀ। ਤਾਂ ਉਦੋਂ ਡੀਲਰ ਨੇ ਕੁਝ ਐਸੀ ਗੱਲ ਕਹਿ ਦਿੱਤੀ ਜੋ ਕਿ ਨਾ ਇੰਡੀਆ ਵਾਸਤੇ ਆਪਾਂ ਕਹਿ ਸਕਦੇ ਕਿ ਥੋੜ੍ਹਾ ਇਨਸਲਟਿੰਗ ਵੇ 'ਚ ਉਹਦਾ ਕਮੈਂਟ ਸੀ। ਅਤੇ ਬਈ ਉਹ ਚਾਈਨਾ ਤੋਂ ਕੁਝ ਸਮਾਨ ਲਿਆ ਕੇ ਜਿਵੇਂ ਵੇਚ ਰਿਹਾ ਸੀਗਾ, ਔਰ ਉਹਨੇ ਗੱਲ ਕਹੀ ਕਿ ਵੀ ਇੰਡੀਆ ਵਾਲੇ ਉੱਥੇ ਤੱਕ ਦਾ ਵੀ ਜ਼ੋਰ ਲਗਾ ਲੈਣ, ਜਿਸ ਰੇਟ ਮੈਂ ਵੇਚ ਰਿਹਾ ਇੰਡੀਆ ਵਾਲਿਆਂ ਨੂੰ ਉਸ ਰੇਟ ਕੋਸਟ ਵੀ ਨਹੀਂ ਆ ਸਕਦਾ ਜੋ ਮੈਂ ਚਾਈਨਾ ਤੋਂ ਲਿਆ ਕੇ ਇਸ ਰੇਟ ਵੇਚ ਰਿਹਾ। ਤਾਂ ਉਹ ਜੋ ਅਬਿਊਸਿਵ ਲੈਂਗੁਏਜ ਦੇ ਵਰਡ ਉਹਨੇ ਇਸਤੇਮਾਲ ਕੀਤੇ ਸੀ ਉਸ ਕਨਵਰਸੇਸ਼ਨ ਦੇ ਵਿੱਚ, ਜੋ ਮੈਨੂੰ ਚੁੱਭ ਗਏ ਕਿ ਵੀ ਇੰਡੀਆ ਵਾਲਾ ਹੋ ਕੇ ਤੂੰ ਇੰਡੀਆ ਦੇ ਲਈ ਇਸ ਤਰ੍ਹਾਂ ਦੀ ਗੱਲ ਕਰ ਰਿਹਾ। ਤਾਂ ਮੈਂ ਜਿਸ ਆਈਟਮ ਦੇ ਬਾਰੇ ਉਹ ਗੱਲ ਕਰ ਰਿਹਾ ਸੀਗਾ, ਮੈਂ ਉਹਦੇ ਬਾਰੇ ਸਟੱਡੀ ਕੀਤਾ ਵੀ ਇਹ ਬਣਦੀ ਕਿੱਦਾਂ। ਅਤੇ ਪਤਾ ਲੱਗਿਆ ਉਹ 12-14 ਲੱਖ ਰੁਪਏ ਦੀ ਮਸ਼ੀਨ ਸੀਗੀ ਇੰਡੀਆ 'ਚ ਆ ਕੇ। ਅਤੇ ਲੋਸਿਸ ਤੋਂ ਬਾਅਦ ਇੰਨੀ ਪੂੰਜੀ ਤਾਂ ਆਪਣੇ ਕੋਲ ਸੀ ਨਹੀਂ। ਤਾਂ ਉਹ ਇੰਟਰਨੈਟ ਉਸ ਵੇਲੇ ਇੰਡੀਆ 'ਚ ਨਵਾਂ ਆਇਆ ਸੀਗਾ, ਅਤੇ ਵੀਡੀਓ ਦੇਖਣੇ ਉਹ ਬੜੇ ਸਲੋ ਰੁਕ ਕੇ ਵੀਡੀਓ ਚੱਲਦੇ ਸੀਗੇ। ਅਤੇ ਉਹ ਵੀਡੀਓ ਤੋਂ ਸਮਝਿਆ ਕਿ ਮਸ਼ੀਨ ਐਕਚੁਅਲ 'ਚ ਵਰਕਿੰਗ ਪ੍ਰੋਸੈਸ ਉਹਦਾ ਹੈ ਕੀ ਹੈ। ਅਤੇ ਇੱਕ ਜੁਗਾੜ ਟਾਈਪ ਮਸ਼ੀਨ ਆਪਣੀ ਤਿਆਰ ਕੀਤੀ, ਘਰੇ ਕੀਤੀ ਜੀ ਆਪਣੇ ਕੋਲ ਹੀ। ਜਿਹਦੀ ਕਾਸਟ ਕਿੰਨੀ ਕੁ ਪਈ ਹੋਗੀ ਤੁਹਾਨੂੰ? ਉਹ ਕਾਸਟ ਤਾਂ ਮੇਰੇ ਕੋਲ 50,000 ਰੁਪਏ ਸ਼ਾਇਦ, 50-60 ਹਜ਼ਾਰ ਦੇ ਕਰੀਬ। 50-60 ਹਜ਼ਾਰ ਦੀ ਤੁਸੀਂ ਬਣਾ ਲਈ ਮਸ਼ੀਨ ਜਿਹੜੀ 12-15 ਲੱਖ ਦੀ ਹੈ ਬਾਹਰ। ਜੀ। ਤੇ ਉਹਦੇ ਨਾਲ ਤੁਸੀਂ ਕੰਮ ਸ਼ੁਰੂ ਕੀਤਾ, ਤੇ ਉਹਨਾਂ ਹੀ ਕੰਮ ਉਹਨੇ ਦਿੱਤਾ ਜੋ 12-15 ਲੱਖ। ਡਿਫਰੈਂਸ ਇਹ ਸੀਗਾ ਜੀ ਕਿ ਜੋ ਇੰਪੋਰਟਡ ਮਸ਼ੀਨ ਸੀਗੀ ਉਹ ਐਟ ਏ ਟਾਈਮ 6 ਪੀਸ ਦੀ ਪ੍ਰੋਡਕਸ਼ਨ ਕਰਦੀ ਸੀ ਇੱਕ ਵਾਰ ਦੇ ਵਿੱਚ। ਮੈਂ ਜੋ ਮਸ਼ੀਨ ਬਣਾਈ ਸੀ ਉਹ 2 ਪੀਸ ਬਣਾਉਂਦੀ ਸੀ, ਕਿਉਂਕਿ ਮੈਨੂੰ ਜ਼ਰੂਰਤ ਜ਼ਿਆਦਾ ਪ੍ਰੋਡਕਸ਼ਨ ਦੀ ਨਹੀਂ ਸੀਗੀ ਉਸ ਵੇਲੇ। ਤਾਂ ਸਿਰਫ 2 ਪੀਸ ਦੇ ਨਾਲ ਮੇਰਾ ਕੰਮ ਚੱਲਦਾ ਸੀ। ਮੈਂ ਸਿਰਫ ਦੋ ਹੈਡ ਦੀ ਹੋਈ ਮਸ਼ੀਨ ਤਿਆਰ ਕੀਤੀ। ਅਤੇ ਔਰ 6 ਮਹੀਨੇ ਦੇ ਅੰਦਰ ਮੈਂ ਮਾਰਕੀਟ ਦੇ ਵਿੱਚ, ਮੈਜਿਕ ਮਾਰਕੀਟ ਦੇ ਵਿੱਚ ਉਹੀ ਪ੍ਰੋਡਕਟ ਜੋ ਚਾਈਨਾ ਦੇ ਅੰਦਰ ਦਾ ਰੇਟ ਸੀਗਾ, ਮਤਲਬ ਅੱਜ ਇੱਕ ਇੰਪੋਰਟਰ ਜੋ ਚਾਈਨਾ ਜਾਏਗਾ ਉਹ ਕਿਸੇ ਫੈਕਟਰੀ ਦੇ ਵਿੱਚ ਬਾਰਗੇਨਿੰਗ ਕਰਕੇ ਜੋ ਮਿਨੀਮਮ ਰੇਟ ਉੱਥੋਂ ਕੋਟ ਕਰਕੇ ਲੈ ਕੇ ਆਏਗਾ, ਮੈਂ ਉਸ ਰੇਟ ਤੋਂ ਵੀ ਘੱਟ ਰੇਟ ਦੇ ਵਿੱਚ ਮਾਰਕੀਟ ਦੇ ਵਿੱਚ ਉਹ ਆਈਟਮ ਇੰਟਰੋਡਿਊਸ ਕਰਤੀ। ਤੇ ਤੁਹਾਡਾ ਵਧੀਆ ਚੱਲ ਰਿਹਾ? ਜੀ। ਅੱਜ ਦੀ ਡੇਟ 'ਚ ਮੋਰ ਦੈਨ 100 ਪ੍ਰੋਡਕਟਸ ਹੈ ਜੀ ਮੇਰੇ, ਔਰ ਮੈਂ ਗਾਰੰਟੀ ਕਰਦਾ ਕਿ ਮੇਰੇ ਸਾਰੇ ਪ੍ਰੋਡਕਟ ਜੋ ਹੈ ਚਾਈਨਾ ਦੇ ਪ੍ਰੋਡਕਟ ਨਾਲੋਂ ਬੈਟਰ ਕੁਆਲਿਟੀ ਔਰ ਚਾਈਨਾ ਦੇ ਪ੍ਰੋਡਕਟ ਨਾਲੋਂ ਘੱਟ ਰੇਟ ਦੇ ਵਿੱਚ ਹੋਣਗੇ। ਔਰ ਇੱਕ ਇਹ ਸੋਚਣ ਵਾਲੀ ਗੱਲ ਹੈ, ਜੇ ਬਿਨਾਂ ਪੂੰਜੀ ਦਾ ਕੰਮ ਸ਼ੁਰੂ ਕੀਤੇ ਬੰਦੇ ਨੇ ਔਰ ਜਾਂ ਬਿਲਕੁਲ ਘੱਟ ਪੂੰਜੀ ਲਗਾ ਕੇ ਵੀ, ਜੇ ਮੈਂ ਚਾਈਨਾ ਵਰਗੇ ਬਲਕ ਪ੍ਰੋਡਕਸ਼ਨ ਕਰਨ ਵਾਲੇ ਦੇਸ਼ ਦੇ ਮੇਕਰਸ ਦੇ ਨਾਲ ਕੰਪੀਟ ਕਰ ਸਕਦਾ, ਤਾਂ ਜਿਨ੍ਹਾਂ ਕੋਲ ਪੂੰਜੀ ਹੈ ਹਿੰਦੁਸਤਾਨ ਦੇ ਵਿੱਚ, ਜੋ ਕਾਰਪੋਰੇਟਸ ਇੰਡਸਟਰੀਅਲਿਸਟ ਹੈ, ਉਹ ਕਿਉਂ ਨਹੀਂ ਚਾਈਨਾ ਦਾ ਮੁਕਾਬਲਾ ਕਰ ਸਕਦੇ। ਐਕਚੁਅਲ ਕੀ ਹੈ ਕਿ ਸਾਡੇ ਦੇ ਵਿੱਚ ਇੱਕ ਤਾਂ ਇੱਛਾ ਸ਼ਕਤੀ ਨਹੀਂ ਹੈ, ਔਰ ਦੂਸਰੇ ਅਸੀਂ ਸਾਈਕੋਲੋਜੀਕਲ ਰੂਪ ਦੇ ਵਿੱਚ ਚਾਈਨਾ ਦੇ ਅੱਗੇ ਸਰੈਂਡਰ ਕਰ ਚੁੱਕੇ ਹਾਂ ਕਿ ਨਹੀਂ, ਹਾਂ, ਕਿ ਅਸੀਂ ਚਾਈਨਾ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਜਦ ਕਿ ਜੇ ਇੱਕ ਇਕੋਨੋਮਿਕਲ ਗਰੋਥ ਦੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਦਾ RMB ਲਗਭਗ 12-13 ਰੁਪਏ ਦੇ ਕਰੀਬ ਹੈ, ਯਾਨੀ ਕਿ ਉਹਨਾਂ ਦੀ ਇਕੋਨਮੀ ਸਾਡੇ ਨਾਲੋਂ 12 ਗੁਣਾ ਮਹਿੰਗੀ ਹੈ। ਸਾਡਾ 1 ਰੁਪਇਆ ਮਤਲਬ 12.5 ਰੁਪਏ, ਉਹਨਾਂ ਦਾ ਇੱਕ RMB। ਅਤੇ
12 ਗੁਣਾ ਮਹਿੰਗੀ ਇਕਨੋਮੀ ਦੇ ਵਿੱਚ ਵੀ ਪ੍ਰੋਡਕਸ਼ਨ ਕਰਕੇ ਉਹ ਸਾਨੂੰ ਸਸਤਾ ਮਾਲ ਦੇ ਸਕਦੇ, ਤਾਂ ਸਾਡੀ ਤਾਂ ਉਹਨਾਂ ਦੀ ਇਕਨੋਮੀ ਉਹਨਾਂ ਨਾਲੋਂ 12 ਗੁਣਾ ਸਸਤੀ ਹੈ, ਤੇ ਅਸੀਂ ਕਿਉਂ ਨਹੀਂ ਬਣਾ ਸਕਦੇ ਸਸਤਾ ਸਮਾਨ। ਉਹਦੇ ਵਿੱਚ ਕਿਤੇ ਨਾ ਕਿਤੇ ਸਰਕਾਰੀ ਸਹਿਯੋਗ ਦੀ ਜ਼ਰੂਰਤ ਹੈ, ਜੋ ਕਿ ਇੰਡਸਟਰੀਅਲ ਲੈਵਲ ਦੀ ਵਿੱਚ ਗੱਲ ਕਰੀਏ ਤਾਂ ਉਹਨਾਂ ਸਪੋਰਟ ਨਹੀਂ ਮਿਲ ਪਾ ਰਿਹਾ। ਔਰ ਕੁਝ ਸਾਡੇ ਵਪਾਰੀ ਵਰਗ ਦੇ ਵਿੱਚ ਵੀ ਮੋਟੇ ਮਾਰਜਨ ਕਮਾਉਣ ਦੀ ਜੋ ਇੱਕ ਆਦਤ ਜਿਹਨੂੰ ਕਹਿੰਦੇ ਡਿਵੈਲਪ ਹੋ ਚੁੱਕੀ ਹੈ, ਉਹ ਚਾਈਨਾ ਦੇ ਆਉਣ ਤੋਂ ਬਾਅਦ ਜੋ 5-7% ਦੇ ਉੱਪਰ ਵੀ ਚਾਈਨਾ ਖੇਡ ਜਾਂਦਾ ਹੈ। ਔਰ ਇੱਥੇ ਦੇ ਇੰਡਸਟਰੀਲਿਸਟ ਉਸ ਪ੍ਰੋਫਿਟ ਪਰਸੈਂਟੇਜ ਦੇ ਉੱਪਰ ਕੰਮ ਕਰਨ ਦੇ ਵਿੱਚ ਹਾਲੇ ਆਪਣੇ ਆਪ ਨੂੰ ਸਹਿਜ ਨਹੀਂ ਮਹਿਸੂਸ ਕਰ ਪਾ ਰਹੇ, ਜਿਹਦਾ ਫਾਇਦਾ ਚਾਈਨਾ ਲੈ ਰਿਹਾ। ਜੇ ਅਸੀਂ ਵੀ ਉਸ ਪਾਲਿਸੀ 'ਤੇ ਆ ਜਾਈਏ, ਅਸੀਂ ਚਾਈਨਾ ਨੂੰ ਕਿਤੇ ਪਿੱਛੇ ਛੱਡ ਸਕਦੇ ਹਾਂ। ਸੋ ਅਸੀਂ ਇਹੀ ਕਵਾਂਗੇ ਕਿ ਬਿਲਕੁਲ ਸਾਨੂੰ ਚਾਈਨਾ ਦਾ ਜਿਹੜਾ ਪ੍ਰੋਡਕਟ ਹੈ ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪ੍ਰੋਡਕਟ ਆਪਣੇ ਨਵੇਂ ਬਣਾਉਣੇ ਸ਼ੁਰੂ ਕੀਤੇ, ਉਹੀ ਮਸ਼ੀਨ ਜਿਹੜੀ 12-15 ਲੱਖ ਦੀ ਮਸ਼ੀਨ ਹੈ ਇਹਨਾਂ ਨੇ 50 ਤੋਂ 60 ਹਜ਼ਾਰ ਦੀ ਲਾਗਤ ਦੇ ਨਾਲ ਬਣਾਈ, ਅਤੇ ਮੈਜਿਕ ਦੇ ਜਿੰਨੇ ਵੀ ਪ੍ਰੋਡਕਟ ਆ ਜਾਂ ਜਿਹੜੇ ਮੈਜੀਸ਼ੀਅਨਸ ਬਾਏ ਕਰਦੇ ਨੇ ਉਹ ਚਾਈਨਾ ਤੋਂ ਮੰਗਾਉਣ ਦੀ ਬਜਾਏ ਇੰਡੀਆ 'ਚ ਬਣਾ ਸਕਦੇ ਨੇ, ਜਿਸ ਤਰ੍ਹਾਂ ਇਹਨਾਂ ਨੇ ਬਣਾਈ, ਅਤੇ ਇੱਥੋਂ ਹੀ ਬਾਏ ਕਰ ਸਕਦੇ ਨੇ। ਨਹੀਂ, ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਜੋ ਤੁਸੀਂ ਹਲੇ ਗਿਆ ਅੱਜ ਜੋ ਇੱਕ ਐਂਟੀ ਚਾਈਨਾ ਇੱਕ ਮੁਹਿੰਮ ਚੱਲ ਰਹੀ ਹੈ ਕਿ ਚਾਈਨਾ ਦਾ ਪ੍ਰੋਡਕਟ ਨਹੀਂ ਯੂਜ਼ ਕਰਨਾ, ਇਹ ਮੈਂਟੈਲਿਟੀ ਵੀ ਦੇਸ਼ ਦੇ ਲਈ ਫਾਇਦੇਮੰਦ ਨਹੀਂ ਹੈ। ਗਲੋਬਲ ਬਿਜ਼ਨਸ ਦੇ ਵਿੱਚ ਕਦੇ ਵੀ ਰਾਈਵਲਰੀ ਨਹੀਂ ਹੋਣੀ ਚਾਹੀਦੀ ਜਾਂ ਦੁਸ਼ਮਣੀ ਨਹੀਂ ਹੋਣੀ ਚਾਹੀਦੀ। ਵਪਾਰ ਦੇ ਵਿੱਚ ਇੱਕ ਚੀਜ਼ ਧਿਆਨ ਰੱਖੋ, ਵਪਾਰ ਦਾ ਮੇਨ ਮਕਸਦ ਹੈ ਮੁਨਾਫਾ ਕਮਾਉਣਾ, ਔਰ ਜੇ ਵਪਾਰੀ ਕਿਸੇ ਵੀ ਦੇਸ਼ ਦਾ ਹੋਵੇ ਮੁਨਾਫਾ ਕਮਾਏਗਾ, ਉਹਦੀ ਗਰੋਥ ਕਿਤੇ ਨਾ ਕਿਤੇ ਤੁਹਾਡੇ ਦੇਸ਼ ਨੂੰ ਵੀ ਗਰੋਥ ਪ੍ਰੋਵਾਈਡ ਕਰੇਗੀ। ਐਂਟੀ ਚਾਈਨਾ ਹੋਣ ਦੀ ਬਜਾਏ ਤੁਸੀਂ ਜਿਹਨੂੰ ਕਹਿੰਦੇ ਨੈਸ਼ਨਲਿਸਟ ਜ਼ਿਆਦਾ ਬਣੋ, ਕਿਸੇ ਨੂੰ ਗਿਰਾ ਕੇ। ਅੱਜ ਸਾਡੀ ਗੌਰਮੈਂਟ ਕੀ ਕਰ ਰਹੀ ਹੈ, ਐਂਟੀ ਡੰਪਿੰਗ ਟੈਕਸ ਜਾਂ ਹੋਰ ਦੂਜੇ ਟੈਕਸ ਲਗਾ ਕੇ ਚਾਈਨਾ ਦਾ ਇੰਪੋਰਟ ਮਹਿੰਗਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਕਰਨ ਦੀ ਬਜਾਏ ਤੁਸੀਂ ਉਸ ਇਨਫਰਾਸਟ੍ਰਕਚਰ ਵੱਲ ਕੰਮ ਕਰੋ ਕਿ ਅਸੀਂ ਜੋ ਸਮਾਨ ਇੱਥੇ ਨਹੀਂ ਬਣ ਰਿਹਾ ਉਹ ਇੱਥੇ ਘੱਟ ਰੇਟ 'ਚ ਬਣਾ ਸਕੀਏ। ਪਰ ਜਿਵੇਂ ਜਿਹੜੀ ਚੀਜ਼ ਇੱਥੇ ਬਣ ਸਕਦੀ ਹੈ ਤਾਂ ਆਪਾਂ ਕਿਉਂ ਹੋਰ ਦੇਸ਼ਾਂ ਦੇ ਝੋਲੀਆਂ ਭਰੀਏ, ਬਜਾਏ ਕਿ ਆਪਣੇ ਦੇਸ਼ 'ਚ ਕੰਮ ਕਰਨਾ ਜ਼ਿਆਦਾ ਬੈਨੀਫੀਸ਼ੀਅਲ ਹੈ। ਜੋ ਚੀਜ਼ ਦੇਖੋ, ਵਪਾਰ ਦੇ ਨਾਲ ਦੇਸ਼ ਦੀ ਤਰੱਕੀ ਦਾ ਮੂਲ ਆਧਾਰ ਕੀ ਹੈ? ਜੇ ਜਨਤਾ ਅਮੀਰ ਹੈ। ਜਨਤਾ ਅਮੀਰ ਕਿੱਦਾਂ ਹੋਏਗੀ? ਜੇ ਉਹ ਮਹਿੰਗਾ ਸਮਾਨ ਛੱਡ ਕੇ ਸਸਤਾ, ਔਰ ਸਸਤਾ ਮੀਨਸ ਨੋਟ ਚੀਪ ਕੁਆਲਿਟੀ, ਘੱਟ ਰੇਟ ਦਾ ਸਮਾਨ ਲੇਕਿਨ ਵਧੀਆ ਕੁਆਲਿਟੀ ਦਾ ਸਮਾਨ ਲਵੇ। ਉਹ ਸਮਾਨ ਚਾਹੇ ਕਿਸੇ ਵੀ ਦੇਸ਼ ਦਾ ਹੋਵੇ, ਚਾਹੇ ਹਿੰਦੁਸਤਾਨ ਦਾ ਬਣਿਆ ਹੋਵੇ, ਚਾਹੇ ਚਾਈਨਾ ਦਾ ਬਣਿਆ ਹੋਵੇ, ਚਾਹੇ ਅਮਰੀਕਾ ਦਾ ਬਣਿਆ ਹੋਵੇ, ਜੋ ਵੀ ਸਮਾਨ ਵਧੀਆ ਹੈ ਔਰ ਘੱਟ ਰੇਟ ਦਾ ਹੈ ਉਹ ਖਰੀਦੋ। ਆਮ ਜਨਤਾ ਅਮੀਰ ਹੋਏਗੀ ਤਾਂ ਦੇਸ਼ ਅਮੀਰ ਹੋਏਗਾ। ਲੀਡਰ ਅਮੀਰ ਹੋਏ ਜਾਂ ਕੋਈ ਬਾਬੇ ਅਮੀਰ ਹੋ ਰਹੇ ਹੈ ਜਾਂ ਕੁਝ ਕਾਰਪੋਰੇਟਸ ਅਮੀਰ ਹੋ ਰਹੇ ਹੈ, ਉਹ ਦੇਸ਼ ਅਮੀਰ ਹੋਣਾ ਗਿਣਿਆ ਨਹੀਂ ਜਾਂਦਾ। ਆਮ ਜਨਤਾ ਜੇ ਅਮੀਰ ਹੋ ਰਹੀ ਹੈ ਉਹ ਦੇਸ਼ ਦੀ ਅਮੀਰੀ ਗਿਣੀ ਜਾਏਗੀ। ਬਿਲਕੁਲ, ਘਰ ਵਾਸਤੇ ਤਾਂ ਹਰ ਕੋਈ ਸੋਚਦਾ ਹੈ, ਪਰ ਸਾਨੂੰ ਪੂਰੇ ਦੇਸ਼ ਲਈ ਸੋਚਣਾ ਚਾਹੀਦਾ ਹੈ। ਸਾਨੂੰ ਆਪਣੇ ਦੇਸ਼ ਦੀ ਤਰੱਕੀ, ਇਕੋਨਮੀ ਬਾਰੇ ਸੋਚਣਾ ਚਾਹੀਦਾ ਹੈ ਕਿ ਸਾਨੂੰ ਚਾਈਨਾ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਜਿਹੜੇ ਪ੍ਰੋਡਕਟ ਆਪਾਂ ਲੈਂਦੇ ਆ ਉਹ ਲੈਣ ਦੀ ਬਜਾਏ ਆਪਣੇ ਬਣਾਉਣੇ ਚਾਹੀਦੇ ਹੈ। ਜੇਕਰ ਨਹੀਂ ਬਣ ਪਾ ਰਹੇ ਤਾਂ ਸਾਨੂੰ ਬਾਹਰਲਾ ਬਿਜ਼ਨਸ ਲੈਣਾ ਚਾਹੀਦਾ ਹੈ, ਰਾਦਰ ਦੈਨ ਕਿ ਜਿਹੜੇ ਬਣ ਰਹੇ ਆ ਸਾਡੇ ਆਪਣੇ ਇੰਡੀਆ ਦੇ ਵਿੱਚ ਆਪਾਂ ਉਸ ਨੂੰ ਬਣਾਉਣਾ ਚਾਹੀਦਾ ਸਾਨੂੰ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਮੈਜਿਕ ਦੀ ਹੀ, ਕਿਉਂਕਿ ਉਹਦੇ ਹੀ ਪ੍ਰੋਡਕਟ ਤੁਸੀਂ ਬਣਾ ਰਹੇ ਹੋ, ਤਾਂ ਤੁਸੀਂ ਮੈਜਿਕ ਸਾਨੂੰ ਹੁਣ ਕਿਹੜਾ ਕਰਕੇ ਦਿਖਾਓਗੇ? मैजिक ओके, कहते हैं ताश के बिना जादू अधूरा है, तो शुरुआत ही ताश से करता हूँ। मैं ਸ਼ੋਅ ਦੇ ਵਿੱਚ ਦੇਖਿਆ ਸੀ ਤੁਸੀਂ ਕਹਿੰਦੇ ਹੋ ਤੁਹਾਡੇ EMPLOYE ਨੇ। नहीं, these are my 52 assistants। मैं थोड़ा खड़े होकर करता हूँ। तो जितना कि तुम देख रहे हो, मेरे को एक ताश की डब्बी है। हाँ जी। कार्ड बॉक्स खोल के कार्ड ਕੱਢਣੇ ਜਿੰਨੇ ਸੌਖੇ ਹੈ, ਕਿਆ ਤੁਸੀਂ ਉਹਨੇ ਸੌਖੇ ਤਰੀਕੇ ਨਾਲ ਇਹਨਾਂ ਨੂੰ ਵਾਪਸ ਪਾ ਸਕਦੇ ਹੋ? ਨਹੀਂ। ਬਾਕਸ ਛੋਟਾ ਹੋ ਗਿਆ। ਹਾਂਜੀ, ਤੁਸੀਂ ਕੱਢਿਆ ਵੱਡੇ ਬਾਕਸ ਚੋਂ, ਜੀ ਬਾਕਸ ਛੋਟਾ ਹੋ ਗਿਆ। ਚਲੋ ਇੱਕ ਕੰਮ ਕਰਦੇ ਹਾਂ, ਜੋਕਰਸ ਦੀ ਜ਼ਰੂਰਤ ਨਹੀਂ ਹੈ। ਹਾਂਜੀ, ਤਾਂ ਜੋਕਰ ਅਸੀਂ ਕੱਢ ਦਿੰਨੇ ਹਾਂ। ਓਕੇ, ਤੇ ਇਹ ਕਾਰਡਸ ਨੂੰ ਸ਼ਫਲ ਕਰ ਦਿਓ। ਦਿੰਨੇ ਜੀ। ਲੋ ਜੀ। ਓਕੇ,
ਸੋ ਕੁਝ ਸ਼ਫਲ ਤੁਸੀਂ ਕੀਤਾ ਔਰ ਇੱਕ ਕੱਟ ਮੈਂ ਦੇ ਦਿੰਦਾ। ਹਾਂਜੀ ਮੈਂ ਇੱਦਾਂ ਫਲੈਸ਼ ਕਰੂੰਗਾ, ਜਿੱਥੇ ਵੀ ਤੁਹਾਡਾ ਦਿਲ ਕਰੇ ਮੈਨੂੰ ਸਟਾਪ ਕਹਿ ਦਿਓ। ਠੀਕ ਹੈ, ਜੈਸੇ ਵੀ ਸਟਾਪ ਐਨੀਵੇਅਰ ਯੂ ਵਾਂਟ। ਓਕੇ ਸਟਾਪ। ਰਾਈਟ, ਇੱਥੇ ਜੋ ਵੀ ਕਾਰਡ ਹੈ ਚੱਕ ਲਓ, ਦੇਖ ਲਓ, ਮੈਨੂੰ ਨਹੀਂ ਦਿਖਾਣਾ, ਕੈਮਰਾ ਨੂੰ ਦਿਖਾ ਦਿਓ, ਘਰ ਬੈਠੀ ਆਡੀਅנס ਵੀ ਦੇਖ ਲੇਗੀ ਕਿਹੜਾ ਕਾਰਡ ਹੈ। ਦੇਖ ਲਿਆ? ਹਾਂਜੀ ਓਕੇ, ਜਿੱਥੇ ਮਰਜ਼ੀ ਵਿੱਚ ਪਾ ਦਿਓ ਔਰ ਸ਼ਫਲ ਕਰ ਦਿਓ। ਜੀ एक काम करो, कुछ कार्ड ਇੱਥੇ ਰੱਖੋ 2 ਮਿੰਟ, ਸਾਰੇ ਕਾਰਡ, ਕੁਝ ਕਾਰਡ ਚੱਕੋ ਹਾਂਜੀ ਔਰ ਇਹਨੂੰ 180 ਡਿਗਰੀ ਇਦਾਂ ਘੁਮਾ ਦਿਓ। ਪੁੱਠੇ ਹੀ? ਹਾਂ, ਇਸ ਤਰ੍ਹਾਂ ਹਾਂਜੀ ਮਿਕਸ ਕਰ ਦਿਓ। ਹੁਣ ਕੀ ਹੈ ਕਿ ਇਹ ਮੈਂ ਇਸ ਲਈ ਕਰਵਾਇਆ ਹਾਂਜੀ ਕਿਉਂਕਿ ਕੁਝ ਮੈਜੀਸ਼ੀਅਨ ऐसे कार्ड इस्तेमाल करते हैं ਹਾਂਜੀ ਕਿ ਜਿਨ੍ਹਾਂ 'ਚ वन वे डेक टेक्निक काम करती कि सिलेक्टेड कार्ड वापस रखते टाइम जे रिवर्स घूम जाए तो वो पहचानिया जाता है। ਹਾਂਜੀ तो देख सकते हो वैसे तो दोनों तरफ सेम कार्ड है, ਹਾਂਜੀ सेम डिज़ाइन है, ਹਾਂਜੀ लेकिन फिर भी जे कोई ऐसा पॉइंट होवे ਜਿਹੜਾ ਮੈਨੂੰ ਪਤਾ ਹੋਵੇ ਜਿਹਦੇ ਨਾਲ ਉਹ ਟੈਕਨੀਕ ਕੰਮ ਕਰਦੀ ਹੋਵੇ ਤਾਂ ਤੁਹਾਡੇ ਆ ਘੁਮਾਉਣ ਦੇ ਨਾਲ ਕਾਫੀ ਸਾਰੇ ਕਾਰਡਸ ਜਿਹੜੇ ਹੈ ਟਰਨ ਹੋ ਗਏ। ਤੇ ਹੁਣ ਜੇ ਇਹਨਾਂ ਨੂੰ ਮਿਕਸ ਕਰ ਦਈਏ ਤਾਂ ਹੁਣ ਉਹ ਪੋਸੀਬਲ ਨਹੀਂ ਹੈ ਕਿ ਤੁਹਾਡਾ ਕਾਰਡ ਉਸ ਟੈਕਨੀਕ ਨਾਲ ਲੱਭਿਆ ਜਾ ਸਕੇ। ਹਾਂਜੀ ਕਾਰਡ ਯਾਦ ਹੈ? ਹਾਂਜੀ Now my job is to find your card. ਹਾਂਜੀ Card याद है? ਹਾਂਜੀ Is it your card? ਨੋ No? ਨੋ Sure? ਹਾਂਜੀ ਇਹ ਤੁਹਾਡਾ ਕਾਰਡ ਨਹੀਂ ਹੈ? ਨਹੀਂ ਹੈ ਜੀ। ਓਕੇ, ਜੇ ਇਹ ਤੁਹਾਡਾ ਕਾਰਡ ਨਹੀਂ ਹੈ ਤਾਂ ਇਹਨੂੰ ਆਪਾਂ ਤੁਹਾਡੇ ਮੋਬਾਈਲ ਥੱਲੇ ਰੱਖ ਦਿੰਨੇ ਹਾਂ। ਹਾਂਜੀ ਫਿਰ ਤਾਂ ਆਹ ਕਾਰਡ ਹੈ। ਬਿਲਕੁਲ ਵੀ ਨਹੀਂ ਸਰ। नहीं, एक मिनट, ब्लफ तो नहीं कर रहे? नहीं नहीं सर है श्योर? हाँ जी। ये आपका कार्ड नहीं है? नहीं नहीं वो भी नहीं है? नहीं सॉरी, कोई गड़बड़ हो गई, जादू गलत हो गया है। नॉर्मली ऐसा होता नहीं है, लेकिन एक मिनट, सच में ब्लफ तो नहीं कर रहे ना? नहीं 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 ये नहीं है? नहीं वो भी नहीं है? नहीं सॉरी, एक्चुअल में जादू गलत हो गया। कौन सा कार्ड था? 3 और ऐसे बना हुआ था डायमंड्स। डायमंड्स। हाँ 3 ऑफ डायमंड्स। हाँ जी। तो वो कौन सा कार्ड है? ये जे करके कुछ था। चेक कीजिए। ओह, नहीं है तो पहले क्यों बोला था कि ये मेरा कार्ड नहीं है? ये नहीं था तब, नहीं नहीं, आपने कहा मेरा नहीं है, मैंने यहाँ रख दिया, उसके बाद तो मैंने टच भी नहीं किया। पर ये जे था तब। ठीक है, क्या बात है सर, हमें भी सिखा दो। इट्स अ प्रैक्टिस ऑफ मोर देन 30 years. I can't explain in just 1 minute. यस सो बहुत सोहना ਤੁਹਾਡਾ ट्रिक है। इस तो अलावा ਤੁਸੀਂ कुछ ਹੋਰ दिखाना चाहोगे? ओके, मैं पूछना चाहूँगा, डू यू बिलीव इन मैजिक? हाँ जी यू बिलीव इन मैजिक? ਸਮਟਾਈਮਸ ਕਰਦੇ ਆ, ਸਮਟਾਈਮਸ ਐ ਹੁੰਦਾ ਕਿ ਨਹੀਂ ਯਾਰ ਉਹ ਤਾਂ ਪਤਾ ਲੱਗ ਜਾਂਦਾ ਕਿ ਇਹ ਐਵੇਂ ਹੀ ਹੈ। बट मैं कहना चाहूँगा इवन अ सिंगल सेकंड ऑफ योर लाइफ डोंट बिलीव इन मैजिक, क्योंकि जादू सिर्फ हੱਥ ਦੀ सफाई, चलाकी ਤੇ ਨਜ਼ਰਾਂ ਦਾ ਧੋਖਾ। ਜਾਦੂ ਇੰਜੋਏ ਕਰੋ ਪਰ ਉਹਨੂੰ ਉਤੇ ਯਕੀਨ ਨਾ ਕਰੋ ਕਦੇ। ਇਟਸ ਆਲ ਇਲੂਜਨਸ। डू यू बिलीव इन साइंस? हाँ जी दिस इज़ द राइट अप्रोच। ऑलवेज बिलीव इन साइंस, क्योंकि आपके आसपास विज्ञान हर जगह मौजूद है, सिर्फ उसको देखने परखने का नज़रिया होता है। नजरिया होता है जैसे कि हम धरती पर खड़े हैं बिकॉज ऑफ साइंस, ना, इट्स बिकॉज ऑफ ग्रेविटी। ग्रेविटी, पर ਇਹਦੇ ਬਾਰੇ ਸਾਨੂੰ ਦੱਸਦੀ ਹੈ ਸਾਇੰਸ। साइंस। हिप्नोटिज्म ਬਾਰੇ ਸੁਣਿਆ ਕਦੇ? हाँ जी बेसिकली इट्स अ कॉन्सेप्ट ऑफ कंट्रोलिंग ਕੰਟਰੋਲ समवन's माइंड। ਕਿਸੇ ਨੂੰ ਆਪਣੇ ਵੱਲੋਂ ਕਰਨਾ ਕਿ ਗੱਲਾਂ ਚਲਾ ਲੈਣਾ, ਹਿਪਨੋਟਿਜ਼ਮ ਗੱਲਾਂ ਚਲਾ ਲੈਣਾ। ਤੇ ਔਰ ਇਹ ਵੀ ਇੱਕ ਤਰ੍ਹਾਂ ਦੀ ਸਾਇੰਸ ਹੈ। Science ਔਰ ਸਾਇੰਸ ਦੇ ਵਿੱਚ ਮਿਰੇਕਲ ਨਹੀਂ ਹੁੰਦੇ, ਐਕਸਪੈਰੀਮੈਂਟ ਹੁੰਦੇ। ਤਾਂ ਜੀ ਇੱਕ ਐਕਸਪੈਰੀਮੈਂਟ ਕਰਾਂਗੇ ਤੁਹਾਡੇ ਨਾਲ ਬੇਸਡ ਔਨ ਹਿਪਨੋਟਿਜ਼ਮ, ਰਾਈਟ? ਤਾਂ ਇਹਦੇ ਲਈ ਆਪਣੇ ਹੱਥ ਇੱਦਾਂ ਕਰੋ, ਮੈਂ ਤੁਹਾਨੂੰ ਟੱਚ ਕਰੂੰਗਾ, ਤੁਸੀਂ ਉਸ ਟੱਚ ਨੂੰ ਫੀਲ ਕਰਨਾ ਤੇ ਆਪਣੇ ਦਿਮਾਗ 'ਚ ਯਾਦ ਰੱਖਣਾ ਬਸ। ਟੱਚ ਯਾਦ हाँ। ਰੱਖਣਾ। जस्ट फील माई टच एंड कीप इट इन योर माइंड सीक्रेटली। ओके लेकिन ये लिए अखा बंद कर लो और अखा तब तक नहीं खोलनी जब तक मैं ना कहूँ। जस्ट फील माई टच एंड कीप इट इन योर माइंड सीक्रेटली। जे कोई टच फील हो थोड़ा जिहा हाथ हिला दो, बोल के दसो मैं तुहानू कित्थे कित्थे टच किया सी। ਪਿੱਠ ਦੇ ਉੱਤੇ ਬਸ, ਬੈਕ ਤੇ। ओके, कोई हाथ ते भी टच फील होया सी? ਹਾਂ ਜਦੋਂ ਤੁਸੀਂ ਕਿਹਾ ਸੀ ਨਾ ਕਿ हाँ वही मैं पूछ रहा जिथे जिथे टच फील होया वही दसो। ਹਾਂਜੀ ਹੱਥ ਤੇ। हाथ ते पहला होया सी?
ਜਦੋਂ ਪਿੱਠ ਤੇ ਕੀਤਾ ਉਸ ਤੋਂ ਪਹਿਲਾਂ ਹੱਥ ਤੇ ਹੋਇਆ ਹਾਂ ਸੀ। ਉਹ ਠੀਕ ਹੈ। ਅੱਖ ਖੋਲ ਦਿਓ। ਇਹ ਤੁਹਾਨੂੰ ਮੈਜਿਕ ਨਹੀਂ ਲੱਗਿਆ ਨਾ? ਨਹੀਂ। ਹਾਂ ਟੱਚ ਕੀਤਾ ਤਾਂ ਕੀ ਮੈਜਿਕ ਹੈ, ਮੈਂ ਵੀ ਸਮਝਦਾ ਇਸ ਗੱਲ ਨੂੰ। ਹੁਣ ਮੈਂ ਤੁਹਾਨੂੰ ਟੱਚ ਵੀ ਨਹੀਂ ਕਰੂੰਗਾ ਔਰ ਤੁਹਾਡੇ ਹੱਥ ਇਸ ਤਰ੍ਹਾਂ ਆਪਣੇ ਆਪ ਉੱਪਰ ਉਠਣਗੇ। ਟਰਾਈ ਕਰੀਏ। ਗਾਇਬ ਤਾਂ ਨਹੀਂ ਕਰਦਾ? नहीं नहीं नहीं, सिर्फ हाथ ऊपर उठेंगे। ट्राई ठीक, करिए हाँ थोड़ा जी। देर मन से कोई डर या घबराहट? थोड़ी सी तो हो रही है। यू आर अ ब्रेव गर्ल, हाँ जी, वो तो है ही है। डोंट अफेयर, जस्ट फॉर फन। पैर जोड़ लो, बॉडी में बिल्कुल ढीला छोड़, रिलैक्स, अकड़ाना नहीं है, लूज बिल्कुल नॉर्मल। हाथ बिल्कुल ढीले है, चेक करा। नहीं ढीले नहीं, जब मैं छड्डा तो नीचे गिरन, नीचे जाने नहीं, गिरने चाहिए जिधर जान नहीं है। बिल्कुल लूज, बिल्कुल लूज। दिस टाइम यू आर राइट। Okay. Look into my eyes. Close your eyes. ਹੁਣ ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਹਾਂ, ਰਾਈਟ? ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਹਾਂ। ਇੱਕ એનર્ਜੀ ਹੱਥਾਂ 'ਚ ਪਾ ਰਿਹਾ, ਉਹਨੂੰ ਫੀਲ ਕਰੋ। ਜਿੱਦਾਂ ਹੀ એનર્ਜੀ ਤੁਹਾਨੂੰ ਫੀਲ ਹੋਏਗੀ ਤੁਹਾਡੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਜਾਣਗੇ ਔਰ ਉਹ એનર્ਜੀ ਤੁਹਾਡੇ ਹੱਥਾਂ 'ਚ ਜਾ ਚੁੱਕੀ ਹੈ। ਫੀਲ ਦੈਟ। ਯੈਸ ਯੈਸ ਯੈਸ, ਵੈਰੀ ਗੁੱਡ। ਫੀਲ ਸਰ। Okay, that's it. Open your eyes. Oh my God. ਤੁਹਾਡੇ ਨਾਲ ਜੋ ਕੈਮਰਾਮੈਨ ਵੀਰ ਜੀ ਆਏ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਅੱਛਾ, ਇਸ ਤੋਂ ਪਹਿਲਾਂ ਜੋ ਟੱਚ ਹੋਏ ਸੀ ਕਿੱਥੇ ਹੋਏ ਸੀ? ਪਿੱਠ ਤੇ ਹੱਥ ਤੇ। ਪੁੱਛੋ ਜਰਾ, ਮੈਂ ਕਿਹਨਾਂ ਨੂੰ ਟੱਚ ਕੀਤਾ ਸੀ? ਪੇਟ ਤੇ ਮੇਰੇ ਹੱਥ ਨਹੀਂ, ਹਲੇ ਕਿਹਨੂੰ ਵੀ ਨਹੀਂ। ਕੀਤਾ ਸੀ? ਇਹਨਾਂ ਨੂੰ ਕੀਤਾ ਸੀ। ਅੱਛਾ, ਇਹਨਾਂ ਨੂੰ ਮੈਨੂੰ ਨਹੀਂ ਸੀ ਕੀਤਾ। ਤੁਹਾਨੂੰ ਕਿਸੇ ਨੇ ਵੀ ਟੱਚ ਨਹੀਂ ਕੀਤਾ। ਈਵਨ ਹੱਥ ਵੀ ਮੈਂ ਮੇਰੇ ਕਿਹਦਾ ਹੱਥ ਚੱਕਿਆ? ਹਲੇ ਵੀ ਉੱਪਰ ਹੀ ਹੈ। ਕੋਈ ਕੰਟਰੋਲ ਕੋਈ ਕਰ ਰਿਹਾ ਹੈ। ਕੋਈ ਕਰ ਲਓ। ਓਹ ਓਕੇ, ਮੈਂ ਹੱਥ ਵੀ ਕਿਹਦਾ ਚੱਕਿਆ ਸੀ ਉੱਪਰ? ਇਹਨਾਂ ਦਾ। ਸੋ ਆਈ ਥਿੰਕ ਅਸੀਂ ਇੰਡੀਅਨ ਇਦਾਂ ਦੇ ਹੀ ਹੁੰਦੇ, ਇੱਕ ਨੂੰ ਕੁਝ ਕੀਤਾ ਦੂਜੇ ਨੂੰ ਫੀਲ ਹੋਇਆ। ਆਹ ਕੁਝ ਸਿੱਕੇ ਨਜ਼ਰ ਆ ਰਹੇ ਮੈਨੂੰ। ਜੀ ਤੁਸੀਂ ਇਹਨਾਂ ਦਾ ਵੀ ਇਹਨਾਂ ਨਾਲ ਵੀ ਮੈਜਿਕ ਕਰਦੇ ਹੋ ਕਿ ਸ਼ੋਅ ਵਾਸਤੇ? ਮੈਜਿਕ ਤਾਂ ਕਿਸੇ ਵੀ ਚੀਜ਼, ਐਕਚੁਅਲ ਮੈਜਿਕ ਮੇਰੇ ਹੱਥ ਦੇ ਵਿੱਚ ਜਾਂ ਸਮਾਨ ਦੇ ਵਿੱਚ ਨਹੀਂ ਹੁੰਦਾ। ਮੈਜਿਕ ਇਜ਼ ਇਨ ਯੂਅਰ ਮਾਈਂਡ। ਤਾਂ ਕਿਸੇ ਵੀ ਚੀਜ਼ ਨਾਲ ਮੈਜਿਕ ਕ੍ਰੀਏਟ ਹੋ ਸਕਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਝ ਕੋਇਨਸ ਹੈ, ਚੈੱਕ ਕਰਨਾ ਚਾਹੋ ਚੈੱਕ ਕਰ ਸਕਦੇ ਹੋ। ਜੈਨੂਅਨ ਹੈ, ਕੋਈ ਗੜਬੜ ਤਾਂ ਨਹੀਂ? ਕੋਈ 2 ਕੋਇਨ ਜੁੜੇ ਹੋਏ, ਕੋਈ ਸ਼ੈਲ ਕੋਇਨ। ਬਿਲਕੁਲ ਸਿੰਗਲ ਹੈ। ਇਹਨਾਂ ਚੋਂ ਇੱਕ ਕੋਇਨ ਮੇਰੇ ਹੱਥ 'ਤੇ ਰੱਖ ਦਿਓ, ਜਿਹੜਾ ਮਰਜ਼ੀ। ਜਿਸ ਕੋਇਨ ਨੂੰ ਤੁਸੀਂ ਮੇਰੇ ਹੱਥ 'ਤੇ ਰੱਖਿਆ, ਆਪਾਂ ਮੰਨ ਲੈਂਦੇ ਇਹ ਮੈਜਿਕ ਕੋਇਨ ਹੈ ਔਰ ਜਿੰਨਾ ਵੀ ਮੈਜਿਕ ਹੋਏਗਾ ਇਹਦੇ ਨਾਲ ਹੀ ਹੋਏਗਾ। ਪਰ ਹਾਲੇ ਫਿਲਹਾਲ ਇਹਦੀ ਪਾਵਰ ਘੱਟ ਹੈ, ਤਾਂ ਇਹਦੀ ਪਾਵਰ ਵਧਾਉਣ ਲਈ ਮੈਂ ਚਾਹੁੰਦਾ ਤੁਸੀਂ ਇੱਥੇ ਥੋੜ੍ਹੀ ਜਿਹੀ ਫੂਕ ਮਾਰ ਦਿਓ। ਤੁਹਾਡੀ ਫੂਕ ਨਾਲ ਇਹਦੀ ਪਾਵਰ ਵੱਧ ਗਈ। ਹੁਣ ਮੈਜਿਕ ਕੋਇਨ ਮੇਰੇ ਲੈਫਟ ਹੈਂਡ 'ਚ ਤੇ ਨਾਰਮਲ ਕੋਇਨ ਮੇਰੇ ਰਾਈਟ ਹੈਂਡ 'ਚ। ਇਹ ਮੈਜਿਕ ਕੋਇਨ, ਇਹ ਨਾਰਮਲ ਕੋਇਨ। ਮੁੱਠੀ ਬੰਦ ਹੈ ਜੀ। ਮੈਜਿਕ ਕੋਇਨ ਕਿੱਥੇ ਹੈ? ਲੈਫਟ 'ਚ ਤੇ ਨਾਰਮਲ ਰਾਈਟ। नो राइट इज़ रॉन्ग, बोथ द कॉइन्स आर हेयर। क्योंकि ये मैजिक कॉइन है, ये अपने मैजिक नाल दूजे कॉइन नूं भी अपने कोल बुला लैंदा। हुणे दोनों कॉइन मेरे लैफ्ट हैंड च और एक कॉइन मेरे राइट हैंड च। हाँ जी। 2 कॉइन कित्थे है जी? अंदर से। और एक कॉइन अंदर से। नहीं, फिर गलती खा गए ना। तीनों कॉइन इधर है क्योंकि ये मैजिक कॉइन है, ये अपने मैजिक नाल बाकी कॉइन्स नूं भी अपने कोल ही बुला लैंदा है। हुणे तीनों कॉइन कित्थे? चलो एक काम करते, अपना हाथ दो। ये 3 कॉइन ਤੁਹਾਡੇ ਕੋਲ, कीप इट क्लोज, कीप इट टाइट। ਤੁਹਾਨੂੰ ਪਤਾ 3 ਕॉइन ਮੈਂ ਤੁਹਾਨੂੰ ਕਿਉਂ ਦਿੱਤੇ? ਕਿਉਂਕਿ ਸ਼ਾਇਦ ਤੁਸੀਂ ਸੋਚ ਰਹੇ ਹੋਗੇ ਵੀ ਕਾਫੀ ਦੇਰ ਹੋ ਗਈ ਇੰਟਰਵਿਊ ਕਰਦੇ ਨੂੰ ਵੀ ਇੱਕ ਕੋਟ ਪਾਇਆ ਹੋਇਆ, ਗਰਮੀਆਂ ਦੇ ਮੌਸਮ 'ਚ ਕੋਟ। ਹਾਂਜੀ। ਵੀ ਸ਼ਾਇਦ ਕੋਟ 'ਚ ਹੀ ਕੋਈ ਗੜਬੜ ਹੋਏਗੀ, ਜਿੱਥੋਂ ਕॉइन ਇੱਦਾਂ ਅੰਦਰ ਜਾਂਦਾ ਹੋਏਗਾ ਜਾਂ ਬਾਹਰ ਆਉਂਦਾ ਹੋਏਗਾ, ਤਾਂ ਕਰਕੇ ਪਾਇਆ ਹੋਗਾ। ਲੇਕਿਨ ਨਹੀਂ, ਐਸਾ ਸਿਸਟਮ ਸ਼ਾਇਦ ਜਾਦੂਗਰਾਂ ਦੇ ਹੱਥ 'ਚ ਕੰਮ ਕਰੇ, ਪਰ ਕਿਸੇ ਹੋਰ ਦੇ ਹੱਥ 'ਚ ਇਹ ਸਿਸਟਮ ਫੇਲ ਹੋ ਜਾਏਗਾ। ਇਹ ਸਿਰਫ ਹਿੰਦੁਸਤਾਨ ਦਾ ਇੱਕ ਟ੍ਰੈਡੀਸ਼ਨ ਹੈ ਕਿ ਇਸ ਤਰ੍ਹਾਂ ਦਾ ਡਰੈਸਅਪ ਕਰੋ ਤਾਂ ਹੀ ਸਾਹਮਣੇ ਵਾਲਾ ਮੈਜੀਸ਼ੀਅਨ ਸਮਝਦਾ। ਵਰਨਾ ਤਾਂ ਕੈਜੂਅਲ 'ਚ ਵੀ ਮੈਂ ਤੁਸੀਂ ਦੇਖਿਆ ਹੋਣਾ, ਕਈ ਵਾਰ ਕੈਜੂਅਲ 'ਚ ਵੀ ਮੈਂ ਮੈਜਿਕ ਕਰਦਾ, ਐਸੀ ਕੋਈ ਦਿੱਕਤ ਨਹੀਂ। ਹੁਣ 3 ਕॉइन ਕਿਹਦੇ ਕੋਲ ਹੈ ਜੀ? ਮੇਰੇ ਕੋਲ। ਔਰ ਇੱਕ कॉइन? ਤੁਹਾਡੇ ਕੋਲ। 3 ਕਿਹਦੇ ਕੋਲ? ਮੇਰੇ ਕੋਲ। ਔਰ ਇੱਕ? ਤੁਹਾਡੇ ਕੋਲ। नहीं, मेरे को तो कुछ नहीं है। अपना हाथ चेक करो, काउंट करो। ओ भाई किन्ने? 4। चारों कॉइन ਤੁਹਾਡੇ ਕੋਲ। हाँ ਅੱਛਾ, जी। ਇਹਨਾਂ ਚੋਂ ਮੈਜਿਕ ਕॉइन ਕਿਹੜਾ ਹੈ? ਮੈਨੂੰ ਨਹੀਂ ਚੈੱਕ ਕਰੋ, ਅੰਦਾਜ਼ਾ ਕੋਈ ਅੰਦਾਜ਼ਾ ਕਿਹੜਾ ਕॉइन ਮੈਜਿਕ ਕॉइन ਸੀਗਾ? ਸੇਮ ਹੈ ਸਾਰੇ ਤਾਂ। ਇੱਕ ਹਿੰਟ ਦਵਾਂ? ਹਾਂਜੀ। ਮੈਜਿਕ ਕॉइन ਇਹ 'ਚ ਹੋਈ ਹੈ ਜਿੱਤੇ ਤੁਸੀਂ ਫੂਕ ਮਾਰੀ ਸੀ। ਠੀਕ ਹੈ। ਨਹੀਂ, ਹਲੇ ਵੀ ਨਹੀਂ ਪਤਾ ਲੱਗਿਆ? ਨਹੀਂ। ਚਲੋ ਇੱਕ ਹਿੰਟ ਹੋਰ ਦੇਣਾ। ਮੈਜਿਕ कॉइन ਦਾ ਸਾਈਜ਼ ਔਰ weight ਬਾਕੀ कॉइन ਨਾਲ ਥੋੜਾ ਜਿਹਾ ਵੱਖਰਾ ਹੈ। ਆਹਾ। ਨਹੀਂ,
ਆ ਕੋਇਨ ਹੈ। ਇਹ ਕੋਇਨ ਹੈ ਮੈजिक ਕੋਇਨ। ਐਕਚੁਅਲ 'ਚ ਜਿੱਦਾਂ ਦਾ ਦਿਖਦਾ ਹੈ ਇਹ ਉੱਦਾਂ ਦਾ ਹੈ ਨਹੀਂ, ਇਹ ਉਸ ਤੋਂ ਵੀ ਬਹੁਤ ਵੱਡੀ ਸ਼ਾਤਿਰ ਚੀਜ਼ ਹੈ। ਔਰ ਇਹ ਇੱਕ ਜੰਬੂ ਕੋਇਨ ਹੈ। ਔਰ ਜਿੱਦਾਂ ਕਿ ਮੈਂ ਦੱਸਿਆ ਇਹਦਾ ਸਾਈਜ਼ ਔਰ weight ਬਾਕੀ ਕੋਇਨ ਨਾਲ ਥੋੜਾ ਜਿਹਾ ਵੱਖਰਾ ਹੈ। ਔਰ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਵੱਖਰਾ ਹੀ ਹੈ। ਹਾਂਜੀ, ਇਹ ਤਿੰਨੋਂ ਕੋਇਨ ਨਾਰਮਲ ਹੈ। ਦਿਸ ਇਜ਼ ਦਾ ਓਨਲੀ ਮੈजिक ਕੋਇਨ ਹੈ। ਹੁਣ ਇਹਨੂੰ ਛੋਟਾ ਵੀ ਕਰ ਸਕਦੇ ਹੋ? ਜਦੋਂ ਤੁਸੀਂ ਪੈਦਾ ਹੋਏ ਸੀ ਕਿੰਨੇ ਸੀ? ਛੋਟੇ ਜਿਹੇ। ਹੁਣ ਇੰਨੇ ਹੋ ਗਏ, ਦੁਬਾਰਾ ਛੋਟੇ ਹੋ ਸਕਦੇ ਹੋ? ਨਹੀਂ, ਹੋ ਤਾਂ ਨਹੀਂ ਸਕਦੀ। ਇਹ ਵੀ ਤੁਹਾਡੀ ਤਰ੍ਹਾਂ ਖਾਂਦੇ ਪੀਂਦੇ ਘਰ ਦਾ ਵੱਡਾ ਹੋ ਗਿਆ। ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟੇਬਲ ਤੇ ਇੱਕ ਨਟ ਬੋਲਟ ਪਿਆ। ਇਹਨੂੰ ਚੱਕੋ ਜਰਾ, ਖੋਲੋ। ਬੰਦ ਕਰੋ। ਨਾਰਮਲ ਹੈ। ਹਾਂਜੀ, ਲੇਕਿਨ ਇਦਾਂ ਖੋਲਣ ਇਦਾਂ ਬੰਦ ਕਰਨ 'ਚ ਕਾਫੀ એનર્ਜੀ ਲੱਗ ਜਾਂਦੀ ਹੈ, ਟਾਈਮ ਵੀ ਲੱਗਦਾ। ਲੇਕਿਨ ਮੈजिक ਦੇ ਨਾਲ चेक करना चाहो चेक कर सकते हो। बटन बुटन तो नहीं कोई इत्थे? चेक करो। बंद कर, बंद लगी बस। नहीं, बंद करके दोबारा चेक ट्राई कर। ट्राई करो। किद्दां कीता बटन बुटन तो नहीं कोई? नहीं, ये किद्दां कीता तुसीं दस नहीं सकदे? You can keep guessing. Magician never reveal their secrets. चलो, सो यही चीज़ इदां दी चमत्कार जे मैं भगवा पा के कर लवां तो लोग कहणगे बड़े करनी वाले बाबा जी, चमत्कारी बाबा जी है। पैरी हथ भी लगाएंगे, दान दक्षिणा भी देंगे और उन्होंने पता भी नहीं चलेगा कि उन्होंने लुट हो गई और अपनी मर्जी नाल अपना पैसा मैनू देंगे। लेकिन क्योंकि मैं बेईमानी च विश्वास नहीं रखता, इसलिए मैं ईमानदारी नाल सिर्फ शो कर दें। ਜਿਵੇਂ ਤੁਸੀਂ ਸਾਨੂੰ ਜਾਦੂ ਕਰਕੇ ਦਿਖਾਇਆ, ਇਹ ਤੁਸੀਂ ਕਿਸ ਤੋਂ ਸਿੱਖਿਆ ਜਾਂ ਸਿੱਧੀਆਂ, ਜਾਂ ਜਿਵੇਂ ਅਸੀਂ ਦੇਖਦੇ ਹਾਂ ਤਾਂਤਰਿਕ ਬਾਬੇ ਉਹ ਵੀ ਇਹੋ ਜਿਹੀਆਂ ਕਰਦੇ ਨੇ ਚੀਜ਼ਾਂ ਕਿ ਗਾਇਬ ਕਰਤਾ ਕਿਸੇ ਨੂੰ ਕੁਛ? देखो जो भी मैं कर रहे हैं हद दी सफाई और चलाकी है। ऐसी चलाकी ਜਿਹੜਾ ਸਾਹਮਣੇ ਵਾਲਾ ਨਾ ਸਮਝ ਸਕੇ ਉਹੀ ਜਾਦੂ ਹੈ। ਔਰ ਜੋ ਤੁਸੀਂ ਗੱਲ ਕੀਤੀ ਸਿੱਧੀਆਂ ਵਗੈਰਾ ਦੀ, ਤਾਂ ਓਪਨ ਚੈਲੰਜ ਹੈ ਦੁਨੀਆ ਭਰ ਦੇ ਹਰ ਸਿੱਧ ਪੁਰਸ਼ ਨੂੰ ਜਿਹੜਾ ਕਹਿੰਦਾ ਕੋਂਦਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਕੋਈ ਸਿੱਧੀ ਹੈ ਮੇਰੇ ਕੋਲ, ਤਾਂ ਓਪਨ ਚੈਲੰਜ ਹੈ ਆ ਕੇ ਮੇਰੇ ਸਾਹਮਣੇ ਕਰਕੇ ਦਿਖਾਵੇ ਚਮਤਕਾਰ। ਕਿਸੇ ਬਾਬੇ, ਕਿਸੇ ਤਾਂਤਰਿਕ, ਕਿਸੇ ਜੋਤਸ਼ੀ ਕੋਲ ਕੁਝ ਨਹੀਂ ਹੈ, ਉਹ ਸਭ ਫਰੋਡੀ ਹੈ। ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਕੋਲ ਵਾਕਈ ਕੋਈ ਸ਼ਕਤੀ ਹੈ ਜਾਂ ਕੋਈ ज्योतिष विज्ञान है या कुछ भी है, ओपन चैलेंज है आके डिबेट कर लें और प्रूव करके दिखा दें कि उन्होंने जो भी सिस्टम है वो साइंटिफिक है और मैं प्रूव करूँगा कि वो सब फ्रॉड है। तो तुसी कहना चाहोगे लोगों को कि अंधविश्वास दा तुसी कहना चाहोगे? जी जी, सिद्धियां विधियां ये सब अंधविश्वास दियां गल्लां हैं। कोई सिद्धियां कोई सुपरनैचुरल पावर्स नहीं होंदियां। जो भी चमत्कार ਬਾਬਿਆਂ ਦੇ ਦਿਖਾਏ ਹੁੰਦੇ ਜਾਂ ਤਾਂ ਮੌਕੇ ਦਾ ਫਾਇਦਾ ਹੈ ਕਿ ਕੋਈ ਘਟਨਾ ਵਾਪਰ ਗਈ ਤੇ ਉਸ ਤੋਂ ਬਾਅਦ ਜ਼ੋਰ ਸ਼ੋਰ ਨਾਲ ਰੌਲਾ ਪਾਣਾ ਸ਼ੁਰੂ ਕਰਤਾ, ਦੇਖਿਆ ਅਸੀਂ ਤਾਂ ਪਹਿਲਾਂ ਹੀ ਕਿਹਾ ਸੀਗਾ, ਕਦੋਂ ਕਿਹਾ ਸੀਗਾ ਉਹਦਾ ਕੋਈ ਰਿਕਾਰਡ ਨਹੀਂ। ਤੇ ਐਟ ਦੀ ਐਂਡ ਤੁਸੀਂ ਜਾਦੂ ਕਹਿਣਾ ਚਾਹੋਗੇ ਕਿ ਇਹ ਜਾਦੂ ਹੀ ਹੈ ਜਿਹੜਾ ਇੱਕ ਇਮਾਨਦਾਰ ਕਲਾ ਹੈ। ਬਾਬਿਆਂ ਔਰ ਦੇ ਚਮਤਕਾਰ ਔਰ ਜਾਦੂਗਰਾਂ ਦੇ ਚਮਤਕਾਰ ਦੇ ਵਿੱਚ ਇੱਕ ਫਰਕ ਹੈ। ਬਾਬੇ ਬੁੱਧੂ ਬਣਾ ਕੇ ਪੈਸਾ ਲੈਂਦੇ ਹੈ और असी बुद्धू बनाने का पैसा लेने। बुद्धू बनाने का पैसा मीनस असी कह के हाँ असी आए ही इस करके कि तुहानू असी अपने मैजिक दे विच हैरान कर दईए कि वो चलाकी असी कीती तां कीती किद्दां, जबकि बाबे उसे चलाकियां नू चमत्कार दे रूप च दिखांदे है और ये दिखाने की कोशिश करते कि असी कोई अखौती शक्तियां वाले चमत्कारी संत हैं, जबकि किसी बाबे किसी संत को ऐसी कोई शक्ति नहीं होंदी। जे कोई चमत्कार कर रहा है वो किते ना किते विज्ञान के आविष्कारां का इस्तेमाल करते हुए उन्होंने चमत्कारिक रूप च पेश कर रहा है या साड़ी ही ट्रिक्स का इस्तेमाल कर रहा है चमत्कार के रूप च, और किसी को कोई शक्ति नहीं है। इस तो इलावा हुण तुसी अपने साडे दर्शकों को की कहना चाहोगे अपने बारे, अपने परिवार बारे, अपने जादू बारे कुछ कहना चाहोगे? दर्शकों को मैं यही कहना चाहूँगा कि जादू दे प्रति किसी अंधविश्वास च ना फसन।
ਇੱਕ ਛੋਟੀ ਜੀ ਗੱਲ ਹੈ ਕਿ ਜੇ ਵਾਕਈ ਹੀ ਕੋਈ ਤੰਤਰ ਮੰਤਰ 'ਚ ਸ਼ਕਤੀ ਹੁੰਦੀ ਤਾਂ ਸਾਡੇ ਬਾਰਡਰ ਤੇ ਸਰਕਾਰ ਫੌਜ ਨਾ ਬਿਠਾਉਂਦੀ, ਤਾਂਤਰਿਕ ਬਿਠਾ ਦਿੰਦੀ। ਇੱਧਰ ਦੁਸ਼ਮਣ ਨੇ ਕੁਝ ਸੋਚਿਆ ਔਰ ਮੰਤਰ ਮਾਰਿਆ, ਦੁਸ਼ਮਣ ਖਤਮ। ਦੇਖੋ ਕਿੰਨਾ ਪੈਸਾ ਬਚ ਜਾਂਦਾ ਦੇਸ਼ ਦਾ। ਗੌਰਮੈਂਟ ਵੀ ਇਹ ਕਿਉਂ ਨਹੀਂ ਕਰ ਰਹੀ? ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਭ ਫਰੋਡੀਏ ਹੈ। ਉਹਨਾਂ ਦੇ ਚੱਕਰਾਂ 'ਚ ਨਾ ਫਸੋ ਔਰ ਜਾਦੂ ਨੂੰ ਆਰਟ ਦੇ रूप इंजॉय करो और कोई अंधविश्वास रखने की कोई ज़रूरत नहीं है। ये कोई ऐसी कला नहीं है। सो जिस तरीके दे नाल मनोज जी ने सानू दस्सिया कि अंधविश्वास ते जिहड़े मैजिक है उस दे विच बहुत फर्क है, अंतर है। क्योंकि मैजिक एक हद दी जिन्हों कह दिंदे आ सफाई है, अंधविश्वास भी हद दी सफाई ही है। उन्होंने भी जिहड़े साधु संत ने, जिहड़े तांत्रिक बाबे ने, वो जिहड़े करदे ने चमत्कार, वो एक मैजिक ही है। लोकां नूं ठगन दा, लोकां तो पैसे कमाउण दा एक जरिया एट दी एंड वो भी एक मैजीशियन वाला ही काम कर रहे हैं। तो लोकां नूं यही अपील है कि वो अजिहे ठगां तो बचण ते अपने आप नूं सुरक्षित रखण।